Yes, please. Let us start. Good morning, everyone. Good morning, sir. Good morning. Very good morning. Very good morning. Good morning, sir. Good morning. Let us start. Today we will discuss paper number 5, Indian Penal Code 1860। ਜਿਹੜਾ ਸਾਡਾ ਲਾਸਟ ਲੈਕਚਰ ਸੀਗਾ ਉਹ ਅਸੀਂ ਪੜ੍ਹ ਰਹੇ ਸੀਗੇ ਸੈਕਸ਼ਨ ਨੰਬਰ 1072 ਪੜ੍ਹ ਰਹੇ ਸੀ ਅਸੀਂ 118 ਸੈਕਸ਼ਨ ਤੱਕ ਅਸੀਂ ਪੜ੍ਹਿਆ ਸੀਗਾ। ਇਹ ਜਿਹੜਾ ਪਿਛਲਾ ਚੈਪਟਰ ਸੀਗਾ ਉਹ ਸੀਗਾ ਅਬੈਟਮੈਂਟ ਦਾ। ਅਬੈਟਮੈਂਟ ਕੀ ਹੁੰਦੀ ਹੈ? ਜਦੋਂ ਕੋਈ ਕਿਸੇ ਵਿਅਕਤੀ ਨੂੰ ਕੋਈ ਕ੍ਰਾਈਮ ਕਰਨ ਦੇ ਲਈ ਉਕਸਾਉਂਦਾ ਹੈ, ਉਕਸਾਹਟ ਕਰਦਾ ਹੈ, ਠੀਕ ਹੈ। ਇਹਦੇ ਵਿੱਚ ਅਬੈਟਮੈਂਟ ਦੇ ਅਲੱਗ-ਅਲੱਗ ਸੈਕਸ਼ਨਸ ਅਸੀਂ ਪੜ੍ਹੇ ਸੀ, ਅਲੱਗ-ਅਲੱਗ ਧਾਰਾਵਾਂ ਪੜ੍ਹੀਆਂ ਸੀਗੀਆਂ। ਤੇ ਜਿਹੜਾ ਬੰਦਾ ਅਬੈਟਮੈਂਟ ਕਰਦਾ ਹੈਗਾ ਉਹ ਵੀ ਪਨਿਸ਼ੇਬਲ ਹੁੰਦਾ ਹੈ। ਜੇ ਕੋਈ ਜੁਰਮ ਦੂਜਾ ਬੰਦਾ ਕਰਦਾ ਪਰ ਅਬੈਟਮੈਂਟ ਕੋਈ ਹੋਰ ਕਰਦਾ, ਉਕਸਾਉਂਦਾ ਨੂੰ ਕੋਈ ਹੋਰ ਹੈਗਾ, ਜੋ ਸਜ਼ਾ ਜੁਰਮ ਕਰਨ ਵਾਲੇ ਨੂੰ ਮਿਲਦੀ ਹੈ ਉਹੀ ਸਜ਼ਾ ਜਿਹੜਾ ਅਬੈਟਮੈਂਟ ਕਰਦਾ ਹੈ ਅਬੈਟਰ ਨੂੰ ਮਿਲਦੀ ਹੈਗੀ ਹੈ। ਇਹਦੇ ਲਈ ਅਸੀਂ ਪੜ੍ਹ ਚੁੱਕੇ ਸੀ ਸੈਕਸ਼ਨ 118 ਤੱਕ, ਤੇ ਅੱਜ ਅਸੀਂ ਪੜ੍ਹਾਂਗੇ ਸੈਕਸ਼ਨ 119, ਸੈਕਸ਼ਨ 119। Public servant concealing design to commit offence which it is his duty to prevent। ਜਿਵੇਂ ਕਿ ਅਸੀਂ ਗੱਲ ਕਰ ਲਈਏ ਪੁਲਿਸ ਆਫੀਸਰ ਜਾਂ ਪੁਲਿਸ ਕੋਈ ਕਰਮਚਾਰੀ ਹੈਗਾ ਜਿਹਦੀ ਡਿਊਟੀ ਬਣਦੀ ਹੈ ਕ੍ਰਾਈਮ ਨੂੰ ਪ੍ਰੀਵੈਂਟ ਕਰਨ ਦੀ, ਰੋਕਣ ਦੀ। ਪਰ ਜੇਕਰ ਕਿਸੇ ਕਾਰਨ ਕਿਸੇ ਪੁਲਿਸ ਆਫੀਸਰ ਕੋਲੇ ਕੋਈ ਇਨਫੋਰਮੇਸ਼ਨ ਮਿਲ ਗਈ, ਕੋਈ ਜਾਣਕਾਰੀ ਮਿਲ ਗਈ ਵੀ ਕੋਈ ਜਿਹੜਾ ਅਫੈਂਸ ਹੈ ਉਹਦੀ ਕੋਈ ਸਾਜ਼ਿਸ਼ ਰਚੀ ਜਾ ਰਹੀ ਹੈ, ਕੋਈ ਸਾਜ਼ਿਸ਼ ਘੜੀ ਆ ਰਹੀ ਹੈ, ਕੋਈ ਅਫੈਂਸ ਕਮਿਟ ਹੋਣ ਵਾਲਾ ਹੈ, ਫਿਰ ਵੀ ਉਹ ਪਬਲਿਕ ਸਰਵੈਂਟ ਜਿਹੜਾ ਹੈਗਾ ਕੰਸੀਲ ਕਰ ਲਵੇ ਡਿਜ਼ਾਈਨ, ਉਸ ਸਾਜ਼ਿਸ਼ ਨੂੰ ਕੰਸੀਲ ਕਰ ਲਵੇ ਆਪਣੇ ਕਿਸੇ ਉੱਚ ਅਧਿਕਾਰੀ ਨੂੰ। ਜਿਵੇਂ ਕਿ ਕਿਸੇ ASI ਨੂੰ ਰਿਪੋਰਟ ਮਿਲ ਗਈ, ਆਪਣੇ SHO ਨੂੰ ਇਨਫੋਰਮੇਸ਼ਨ ਨਾ ਦੇਵੇ, ਆਪਣੇ DSP ਨੂੰ ਇਨਫੋਰਮੇਸ਼ਨ ਨਾ ਦੇਵੇ, ਪਰ ਜਾਣਬੁੱਝ ਕੇ ਮਤਲਬ ਕਿ ਕਿਸੇ ਸਾਜ਼ਿਸ਼ ਦੇ ਅਧੀਨ ਪਬਲਿਕ ਸਰਵੈਂਟ ਕੰਸੀਲਿੰਗ ਡਿਜ਼ਾਈਨ ਟੂ ਕਮਿਟ ਅਫੈਂਸ ਵਿਚ ਇਟ ਇਜ਼ ਦਾ ਹਿਸ ਡਿਊਟੀ ਟੂ ਪ੍ਰੀਵੈਂਟ। ਉਹਦੀ ਜ਼ਿੰਮੇਵਾਰੀ ਬਣਦੀ ਸੀਗੀ ਵੀ ਜੇਕਰ ਉਹਨੂੰ ਕਿਸੇ ਵਿਅਕਤੀ ਨੇ ਸੂਚਨਾ ਦੇ ਦਿੱਤੀ, ਜਿਵੇਂ ਕਿ ਪੁਲਿਸ ਆਫੀਸਰ ਨੂੰ ਕੋਈ ਸੂਚਨਾ ਦਿੰਦਾ ਹੈਗਾ ਵੀ ਆਹ ਜਿਹੜਾ ਕ੍ਰਾਈਮ ਹੈ ਕਮਿਟ ਹੋਣ ਜਾ ਰਿਹਾ, ਆਹ ਸਾਜ਼ਿਸ਼ ਘਟੀ ਜਾ ਰਹੀ ਹੈ, ਇੱਥੇ ਫਲਾਣੀ ਜਗ੍ਹਾ ਤੇ ਕੋਈ ਚੋਰੀ ਹੋਣੀ ਹੈ, ਜਾਂ ਫਲਾਣੀ ਜਗ੍ਹਾ ਤੇ ਕੋਈ ਡਾਕਾ ਮਾਰਨਾ, ਜਾਂ ਫਲਾਣੀ ਜਗ੍ਹਾ ਤੇ ਕਿਸੇ ਬੰਦੇ ਦੇ ਸੱਟ ਫੇਟ ਮਾਰਨੀ ਹੈ, ਕੋਈ ਇਨਫੋਰਮੇਸ਼ਨ ਪ੍ਰਾਇਰ ਜਿਹੜੀ ਹੈਗੀ ਹੈ ਇਨਫੋਰਮੇਸ਼ਨ ਮਿਲ ਗਈ, ਫਿਰ ਵੀ ਇੰਟੈਂਸ਼ਨ ਵਿਦ ਮੈਲਾਫਾਈਡ ਇੰਟੈਂਸ਼ਨ, ਜਿਹੜਾ ਉਹ ਪਬਲਿਕ ਸਰਵੈਂਟ ਹੈ ਵਿਦ ਮੈਲਾਫਾਈਡ ਇੰਟੈਂਸ਼ਨ ਉਹਨੂੰ ਫੈਸਿਲੀਟੇਟ ਕਰਦਾ ਹੈਗਾ ਵੀ ਹਾਂ ਹੋ ਜਾਵੇ, ਇਹ ਜਿਹੜਾ ਅਫੈਂਸ ਹੈ ਹੋ ਜਾਵੇ, ਜਾਣਬੁੱਝ ਕੇ ਉਸ ਸਾਜ਼ਿਸ਼ ਨੂੰ ਹੋਰ ਮਤਲਬ ਕਿ ਹੋਣ ਦੀ ਖਾਤਰ ਆਪਦੀ ਕੋਈ ਹੈਲਪ ਵੀ ਕਰਦਾ ਹੈਗਾ, ਫੈਸਿਲਿਟੇਟ ਕਰਦਾ ਉਸ ਨੂੰ, ਵਿਚ ਇਟ ਇਜ਼ ਡਿਊਟੀ, ਉਹਦੀ ਡਿਊਟੀ ਸੀਗੀ ਪਰ ਉਹਨੂੰ ਰੋਕਣ ਦੀ, ਪਰ ਨਹੀਂ ਉਹ ਰੋਕਦਾ ਤਾਂ ਨਹੀਂ ਹੈਗਾ, ਪਰ ਉਹ ਹੋਣ ਦਿੰਦਾ ਹੈਗਾ, ਉਸ ਜੁਰਮ ਨੂੰ ਹੋਣ ਦਿੰਦਾ ਹੈਗਾ। ਵੋਲੰਟਰੀ ਕੰਸੀਲਸ ਐਨੀ ਐਕਟ ਔਰ ਇਲੀਗਲ ਅਮਿਸ਼ਨ। ਜਿਵੇਂ ਕਿ ਇੱਦਾਂ ਦਾ ਕੋਈ ਆਫੀਸਰ ਹੋਵੇ ਜਿਹਦੀ ਡਿਊਟੀ ਹੋਵੇ ਕਿਸੇ ਬੈਂਕ ਦੇ ਉੱਪਰ, ਕਿਸੇ ਬੈਂਕ ਦੇ ਗੇਟ ਤੇ ਡਿਊਟੀ ਹੋਵੇ, ਤੇ ਉਹਨੂੰ ਪਤਾ ਲੱਗ ਗਿਆ ਵੀ ਹਾਂ ਇਸ ਬੈਂਕ ਤੇ ਡਾਕਾ ਪੈਣ ਵਾਲਾ ਹੈਗਾ, ਤਾਂ ਜਾਣਬੁੱਝ ਕੇ ਉਹ ਮੂੰਹ ਪਰਾਂ ਕਰਕੇ ਖੜ ਜਾਵੇ ਤੇ ਜਿਹੜੇ ਕੋਈ ਅਪਰਾਧੀ ਹੈਗੇ ਆ ਅਫੈਂਸ ਕਰਨ ਦੇ ਲਈ ਆਏ ਆ ਉਹ ਐਂਟਰ ਕਰ ਜਾਣ, ਠੀਕ ਹੈ, ਪਰ ਉਹਦੀ ਡਿਊਟੀ ਸੀਗੀ ਉੱਥੇ ਉਸ ਨੂੰ ਰੋਕਣਾ, ਪਰ ਉਹ ਫਿਰ ਵੀ ਉਹ ਜਾਣਬੁੱਝ ਕੇ ਕੋਈ ਐਸੀ ਕਮਿਸ਼ਨ ਕਰਦਾ ਹੈ, ਗਲਤੀ ਕਰਦਾ ਹੈ, ਜਾਂ ਕੋਈ ਐਸਾ ਐਕਟ ਕਰਦਾ ਜਾਂ ਇੱਧਰ ਉੱਧਰ ਹੋ ਜਾਂਦਾ ਜਾਣਬੁੱਝ ਕੇ ਕਿ ਮਤਲਬ ਕਿ ਜਾਣਦੇ ਹੋਏ ਵੀ, ਜਾਂ ਫਿਰ ਕੋਈ ਐਸੀ ਕੋਈ ਰਿਪਰੈਜ਼ੈਂਟੇਸ਼ਨ ਕਰਦਾ ਹੈ, ਐਸੀ ਕੋਈ ਗਲਤ ਬਿਆਨੀ ਕਰਦਾ ਹੈ, ਜਿਵੇਂ ਕਿ ਕੋਈ ਚੋਰ ਭੱਜ ਕੇ ਗਿਆ ਹੈ ਕਿਸੇ ਇੱਕ ਗਲੀ ਦੇ ਵਿੱਚ, ਉੱਥੇ ਕੋਈ ਜਿਹੜਾ ਬੰਦਾ ਖੜਾ ਸੀਗਾ ਜਿਹੜਾ ਪੁਲਿਸ ਦਾ ਅਧਿਕਾਰੀ ਸੀ ਜਾਂ ਕਿਸੇ ਹੋਰ ਦੀ ਜ਼ਿੰਮੇਵਾਰੀ ਜਿਹਦੀ ਬਣਦੀ ਸੀਗੀ ਵੀ ਇਸ ਅਫੈਂਸ ਨੂੰ ਰੋਕਣ ਦੀ ਖਾਤਰ, ਉਹੀ ਆਪਣੇ ਕਿਸੇ ਨਾਲ ਦੇ ਬੰਦਿਆਂ ਨੂੰ ਕਹਿੰਦਾ ਵੀ ਨਹੀਂ ਇੱਧਰ ਚੋਰ ਤਾਂ ਇੱਧਰ ਗਿਆ, ਦੂਜੇ ਪਾਸੇ ਗਿਆ ਹੈਗਾ, ਯਾਨੀ ਕਿ ਉਹਨੂੰ ਫੈਸਿਲੀਟੇਟ ਕਰਦਾ ਵੀ ਉਹ ਚੋਰ ਨੂੰ ਪਕੜਿਆ ਨਾ ਜਾਵੇ, ਜਾਂ ਡਾਕਾ ਜਿੱਥੇ ਪੈ ਰਿਹਾ ਉੱਥੇ ਪੁਲਿਸ ਪਹੁੰਚ ਨਾ ਸਕੇ, ਇੱਦਾਂ ਦੀ ਕੋਈ ਕਾਰਵਾਈ ਕਰਦਾ, ਇੱਦਾਂ ਦੇ ਕੋਈ ਬਿਆਨ ਦਿੰਦਾ ਹੈਗਾ ਜਾਣਬੁੱਝ ਕੇ, ਤਾਂ ਜਿਹੜਾ ਉਹ ਆਫੀਸਰ ਹੈਗਾ ਉਹ ਪਨਿਸ਼ੇਬਲ ਹੋਏਗਾ। ਉਹ ਇਫ ਦਾ ਅਫੈਂਸ ਵੀ ਕਮਿਟਡ, ਜੇਕਰ ਅਫੈਂਸ ਕਮਿਟ ਹੋ ਗਿਆ, ਬੀ ਪੁਨਿਸ਼ਡ ਵਿਦ ਇੰਪ੍ਰਿਜ਼ਨਮੈਂਟ 1 ਸਾਲ ਤੱਕ ਦੀ, 1/2 ਆਫ ਦਾ ਲੌਂਗੈਸਟ ਟਰਮ। ਜੇਕਰ ਅਫੈਂਸ ਕਮਿਟ ਹੋ ਜਾਂਦਾ ਹੈ ਤਾਂ ਜਿੰਨੀ ਉਸ ਅਫੈਂਸ ਦੀ ਸਜ਼ਾ ਹੋਣੀ ਸੀਗੀ ਕਿਸੇ ਅਪਰਾਧੀ ਨੂੰ, ਉਸ ਅਫੈਂਸ ਦਾ ਹਾਫ ਜਿਹੜੀ ਸਜ਼ਾ ਹੋਏਗੀ ਉਸ ਵਿਅਕਤੀ ਨੂੰ ਹੋ ਸਕਦੀ ਹੈ, ਉਸ ਪਬਲਿਕ ਸਰਵੈਂਟ ਨੂੰ ਹੋ ਸਕਦੀ ਹੈ, ਤੇ ਹਾਫ ਸਜ਼ਾ ਹੋ ਸਕਦੀ ਹੈ, ਜਾਂ ਫਾਈਨ ਹੋ ਸਕਦਾ ਹੈ, ਜਾਂ ਦੋਨੋਂ ਵੀ ਹੋ ਸਕਦੇ ਆ ਉਸਨੂੰ। ਪਰ
ਜੇਕਰ ਜਿਹੜਾ ਅਫੈਂਸ ਹੈਗਾ, ਅਫੈਂਸ ਵੀ ਪਨਿਸ਼ੇਬਲ ਵਿਦ ਡੈਥ, ਜੇਕਰ ਅਫੈਂਸ ਇਦਾਂ ਦਾ ਹੈਗਾ ਜਿਹਦੀ ਸਜ਼ਾ ਮੌਤ ਹੋ ਸਕਦੀ ਹੈ ਜਾਂ ਉਮਰ ਕੈਦ ਹੋ ਸਕਦੀ ਹੈ। ਜੇਕਰ ਕਿਸੇ ਪਬਲਿਕ ਸਰਵੈਂਟ ਨੇ ਐਸਾ ਜਿਹੜੀ ਹੈਗੀ ਹੈ ਐਸਾ ਜੁਰਮ ਹੋਣ ਤੋਂ ਕੋਈ ਇਨਫੋਰਮ ਨਹੀਂ ਕੀਤਾ, ਆਪਣੇ ਕਿਸੇ ਉੱਚ ਅਧਿਕਾਰੀ ਨੂੰ ਇਨਫੋਰਮ ਨਹੀਂ ਕੀਤਾ ਜਾਂ ਜਾਣਬੁੱਝ ਕੇ ਉਸ ਨੂੰ ਫੈਸਿਲੀਟੇਟ ਕੀਤਾ ਹੈ ਵੀ ਇਹ ਜੁਰਮ ਹੋ ਜਾਵੇ, ਠੀਕ ਹੈ, ਐਸਾ ਜੁਰਮ ਜਿਹਦੀ ਸਜ਼ਾ ਮੌਤ ਹੋ ਸਕਦੀ ਹੈ ਜਾਂ ਜਿਹਦੀ ਸਜ਼ਾ ਉਮਰ ਕੈਦ ਹੋ ਸਕਦੀ ਹੈ, ਤਾਂ ਅਜਿਹੇ ਅਧਿਕਾਰੀ ਨੂੰ ਜਿਹੜੀ ਸਜ਼ਾ ਹੈਗੀ ਹੈ ਉਹਨੂੰ ਅਫੈਂਸ ਕਿੰਨਾ ਹੋ ਸਕਦਾ ਹੈ, ਕਿੰਨੀ ਪਨਿਸ਼ਮੈਂਟ ਹੋ ਸਕਦੀ ਹੈ, ਉਸ ਨੂੰ 10 ਸਾਲ ਤੱਕ ਦੀ ਪਨਿਸ਼ਮੈਂਟ ਵੀ ਹੋ ਸਕਦੀ ਹੈ, ਠੀਕ ਹੈ। ਇਫ ਅਫੈਂਸ ਨਾਟ ਕਮਿਟਡ, ਤੀਜਾ ਕੇਸ, ਪਹਿਲੇ ਕੇਸ ਦੇ ਵਿੱਚ ਇਹ ਸੀਗਾ ਜੇ ਅਫੈਂਸ ਹੋਵੇ ਪਰ ਉਹਦੀ ਜਿਹੜੀ ਸਜ਼ਾ ਹੈਗੀ ਘੱਟ ਹੋਵੇ, ਨਾ ਉਮਰ ਕੈਦ ਸਜ਼ਾ ਹੋਵੇ ਨਾ ਡੈਥ ਦੀ ਸਜ਼ਾ ਹੋਵੇ, ਪਰ ਸਜ਼ਾ ਘੱਟ ਹੋਵੇ। ਇਸ ਕਰਕੇ ਜਿਹੜਾ ਪਹਿਲਾ ਪਾਰਟ ਸੀ ਉਹਦੇ ਵਿੱਚ ਇਹ ਸੀਗੀ ਵੀ ਜਿੰਨੀ ਸਜ਼ਾ ਹੋਏਗੀ ਉਹਦਾ ਅੱਧੀ ਸਜ਼ਾ ਜਿਹੜੀ ਉਸ ਅਧਿਕਾਰੀ ਨੂੰ ਹੋ ਸਕਦੀ ਹੈ, ਠੀਕ ਹੈ। ਦੂਜੇ ਕੇਸ ਦੇ ਵਿੱਚ ਜੇ ਅਫੈਂਸ ਦੀ ਸਜ਼ਾ ਉਮਰ ਕੈਦ ਹੋਵੇ ਜਾਂ ਅਫੈਂਸ ਦੀ ਸਜ਼ਾ ਡੈਥ ਹੋ ਸਕਦੀ ਹੋਵੇ, ਤਾਂ ਜਿਹੜਾ ਪਬਲਿਕ ਸਰਵੈਂਟ ਹੈਗਾ ਤਾਂ ਉਸ ਨੂੰ 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਪਰ ਜੇਕਰ ਅਫੈਂਸ ਕਮਿਟ ਨਾ ਹੋ ਸਕਿਆ ਹੋਵੇ, ਪਲੈਨਿੰਗ ਬਣੀ ਹੋਵੇ, ਸਾਜ਼ਿਸ਼ ਰਚੀ ਗਈ ਹੋਵੇ, ਇਨਫੋਰਮੇਸ਼ਨ ਮਿਲ ਗਈ ਹੋਵੇ, ਠੀਕ ਹੈ, ਪਰ ਜਿਹੜੀ ਅਫੈਂਸ ਹੈਗਾ ਉਹ ਕਿਸੇ ਕਾਰਨ ਫਿਰ ਵੀ ਰੋਕ ਲਿਆ ਗਿਆ ਹੋਵੇ, ਪਰ ਆਪਦੇ ਵੱਲੋਂ ਜਿਹੜਾ ਉਸ ਜਿਹੜਾ ਪਬਲਿਕ ਸਰਵੈਂਟ ਸੀਗਾ ਉਹਨੇ ਕੋਈ ਕੋਸ਼ਿਸ਼ ਨਾ ਕੀਤੀ ਹੋਵੇ ਅਪਰਾਧ ਨੂੰ ਰੋਕਣ ਦੀ, ਤਾਂ ਫਿਰ ਵੀ ਜਿਹੜਾ ਹੈਗਾ ਉਹ ਪਬਲਿਕ ਸਰਵੈਂਟ ਹੈ ਉਸ ਨੂੰ ਉਸ ਸਜ਼ਾ ਦੀ 1/4 part of the longest term of such imprisonment or with such fine as is provided for the offence, ਜਿਹੜਾ ਅਫੈਂਸ ਕਰਨ ਦੀ ਸਾਜ਼ਿਸ਼ ਰਚੀ ਗਈ ਸੀਗੀ, ਜਿਹੜੀ ਇਨਫੋਰਮੇਸ਼ਨ ਉਸ ਨੂੰ ਮਿਲੀ, ਉਹਦੀ ਵੀ ਜਿੰਨੀ ਸਜ਼ਾ ਹੋ ਸਕਦੀ ਸੀਗੀ ਉਹਦਾ ਚੌਥਾ ਜਿਹੜਾ ਪਾਰਟ ਹੈਗਾ 1/4 part ਜਿਹੜਾ ਹੈਗਾ ਉਸ ਜਿਹੜਾ ਹੈਗਾ ਪਬਲਿਕ ਸਰਵੈਂਟ ਨੂੰ ਸਜ਼ਾ ਹੋ ਸਕਦੀ ਹੈ, ਜਾਂ ਫਾਈਨ ਵੀ ਹੋ ਸਕਦਾ ਹੈ ਜਾਂ ਦੋਨੋਂ ਵੀ ਹੋ ਸਕਦਾ ਹੈ। ਇੱਕ ਐਗਜ਼ਾਮਪਲ ਦੇਖ ਲਓ, an officer of a police being legally bound to give information of all the designs to commit robbery which he may come to his knowledge, ਕਿਸੇ ਪੁਲਿਸ ਆਫੀਸਰ ਨੂੰ ਰੋਬਰੀ ਦੀ ਸੂਚਨਾ ਮਿਲ ਗਈ, ਠੀਕ ਹੈ, and knowing that B designs to commit robbery, ਪਤਾ ਲੱਗ ਗਿਆ ਉਸ ਨੂੰ, ਇਨਫੋਰਮੇਸ਼ਨ ਮਿਲ ਗਈ ਕਿਸੇ ਵੀ ਤਰੀਕੇ ਵੀ ਜਿਹੜਾ B ਹੈਗਾ ਉਹ ਸਾਜ਼ਿਸ਼ ਰਚ ਰਿਹਾ ਹੈ ਰੋਬਰੀ ਕਰਨ ਦੀ, ਡਾਕਾ ਮਾਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ, omits to give such information, ਇਹ ਜਿਹੜੀ ਇਨਫੋਰਮੇਸ਼ਨ ਹੈ ਉਹ ਆਪਣੇ ਅਧਿਕਾਰੀਆਂ ਨੂੰ, ਉੱਚ ਅਧਿਕਾਰੀਆਂ ਨੂੰ ਨਹੀਂ ਦਿੰਦਾ ਹੈਗਾ, ਵਿਦ ਇੰਟੈਂਟ, ਕਿਸ ਗੱਲ ਦੀ, ਇਸ ਮਨਸ਼ਾ ਦੇ ਨਾਲ, ਕਿਸ ਮਨਸ਼ਾ ਦੇ ਨਾਲ ਵੀ ਰੋਬਰੀ ਹੋ ਜਾਵੇ। here A has an illegal omission, ਬੇਸ਼ੱਕ ਉਹਨੇ ਕੋਈ ਐਕਟ ਨਹੀਂ ਕੀਤਾ, ਇੱਥੇ ਪਬਲਿਕ ਸਰਵੈਂਟ ਨੇ, ਪੁਲਿਸ ਆਫੀਸਰ ਨੇ ਕੋਈ ਐਕਟ ਨਹੀਂ ਕੀਤਾ, ਪਰ ਉਹਨੇ ਐਕਟ ਨੂੰ ਨਹੀਂ ਕੀਤਾ ਜੋ ਉਹਨੂੰ ਕਰਨਾ ਬਣਦਾ ਸੀਗਾ, ਉਹਨੇ ਇਨਫੋਰਮੇਸ਼ਨ ਦੇਣੀ ਬਣਦੀ ਸੀ, ਉਹ ਇਨਫੋਰਮੇਸ਼ਨ ਨਹੀਂ ਦਿੱਤੀ, ਜਿਸ ਨੂੰ ਆਪਾਂ ਕਹਿੰਦੇ ਹਾਂ ਓਮਿਸ਼ਨ, ਇਲੀਗਲ ਓਮਿਸ਼ਨ ਕੀਤੀ ਆ ਉਸਨੇ, ਜੋ ਉਹਦੀ ਜ਼ਿੰਮੇਵਾਰੀ ਬਣਦੀ ਸੀਗੀ ਉਹਨੇ ਇਨਫੋਰਮੇਸ਼ਨ ਦੇਣੀ ਸੀ ਉਹ ਨਹੀਂ ਦਿੱਤੀ, ਇਸ ਕਰਕੇ ਉਹਨੇ ਇਲੀਗਲ ਓਮਿਸ਼ਨ ਕੀਤੀ ਹੈ, ਕੰਸੀਲ ਕੀਤਾ ਫੈਕਟਸ ਨੂੰ, ਜਿਹੜਾ ਬੀ ਨੇ ਡਿਜ਼ਾਈਨ ਕੀਤਾ ਸੀਗਾ, ਬੀ ਨੇ ਸਾਜ਼ਿਸ਼ ਰਚੀ ਸੀ, ਉਹਨੂੰ ਮਤਲਬ ਕਿ ਛੁਪਾਇਆ ਹੈਗਾ, ਐਂਡ ਇਜ਼ ਲਾਇਬਲ ਟੂ ਪਨਿਸ਼ਮੈਂਟ ਅਕੋਰਡਿੰਗ ਟੂ ਦਿਸ ਪ੍ਰੋਵੀਜ਼ਨ ਆਫ ਦਿਸ ਸੈਕਸ਼ਨ। ਇਸ ਕਰਕੇ ਉਹ ਜਿਹੜਾ ਉੱਪਰਲਾ ਸੈਕਸ਼ਨ ਹੈਗਾ, ਉੱਪਰਲੇ ਸੈਕਸ਼ਨ ਦੇ ਤਹਿਤ ਜਿਹੜੇ 3 ਅਲੱਗ-ਅਲੱਗ ਪਹਿਰੇ ਦਿੱਤੇ ਗਏ ਨੇ, 10 ਸਾਲ ਤੱਕ ਦੀ ਸਜ਼ਾ ਜਾਂ ਹਾਫ ਸਜ਼ਾ ਜਾਂ 1/4 ਸਜ਼ਾ, ਠੀਕ ਹੈ, ਜਿਹੜਾ ਵੀ ਅਫੈਂਸ ਇਹ ਹੋ ਸਕਦਾ ਸੀਗਾ ਉਹਦੇ ਮੁਤਾਬਕ ਉਹਨੂੰ ਜਿਹੜੀ ਹੈਗੀ ਹੈ ਸੈਕਸ਼ਨ 119 ਦੇ ਤਹਿਤ ਜਿਹੜੀ ਹੈਗੀ ਹੈ ਸਜ਼ਾ ਕੀਤੀ ਜਾ ਸਕਦੀ ਹੈ। ਨੈਕਸਟ ਹੈ ਸੈਕਸ਼ਨ 120, concealing design to commit offence punishable with imprisonment। whoever intending to facilitate, ਇਸੇ ਤਰੀਕੇ ਜਿਵੇਂ ਉੱਪਰ 119 ਦੀ ਗੱਲ ਕੀਤੀ ਸੀ, ਇੱਥੇ ਵੀ 120 ਦੇ ਵਿੱਚ ਜੇ ਉਹ ਮਤਲਬ ਕਿ ਫੈਸਿਲਿਟੇਟ ਕਰਦਾ ਹੈ ਜਾਣਬੁੱਝ ਕੇ, ਠੀਕ ਹੈ, will thereby facilitate to commission of an offence punishable with imprisonment, ਜਿਹਦੇ ਵਿੱਚ ਸਜ਼ਾ ਹੋ ਸਕਦੀ ਹੈ, ਸਜ਼ਾ ਹੋ ਸਕਦੀ ਹੈ, ਉਮਰ ਕੈਦ ਨਹੀਂ ਹੋ ਸਕਦੀ ਜਾਂ ਮੌਤ ਦੀ ਸਜ਼ਾ ਨਹੀਂ ਹੋ ਸਕਦੀ, ਪਰ ਸਜ਼ਾ ਹੋ ਸਕਦੀ ਹੈ। voluntarily conceals any act or illegal omission, ਜਾਂ ਤਾਂ ਛੁਪਾ ਲੈਂਦਾ ਹੈ ਜਾਂ ਇਨਫੋਰਮੇਸ਼ਨ ਨਹੀਂ ਦਿੰਦਾ ਹੈਗਾ ਜਾਣਬੁੱਝ ਕੇ। ਜੇਕਰ ਦੇਖੋ ਥੋੜਾ ਫਰਕ ਹੈ ਇਹਦੇ ਵਿੱਚ, ਜਿਹੜਾ 119 ਸੈਕਸ਼ਨ ਅਸੀਂ ਪੜ੍ਹ ਰਹੇ ਸੀਗੇ that was related with the public servant, ਠੀਕ ਹੈ, 120 ਸੈਕਸ਼ਨ ਹੈਗਾ ਇਹ ਪਬਲਿਕ ਸਰਵੈਂਟ ਦੇ ਨਾਲ ਰਿਲੇਟਡ ਨਹੀਂ ਹੈਗਾ, ਇਹ ਜਨਰਲ ਪਬਲਿਕ ਦੇ ਨਾਲ ਰਿਲੇਟਡ ਹੈਗਾ, ਇਸ ਕਰਕੇ ਇਹ ਸੇਮ ਹੀ ਹੈਗਾ ਆਲਮੋਸਟ, ਪਰ ਸਜ਼ਾਵਾਂ ਦਾ ਫਰਕ ਹੈਗਾ ਇਹਦੇ ਵਿੱਚ, ਠੀਕ ਹੈ।
ਜੇ ਪਬਲਿਕ ਸਰਵੈਂਟ ਕੋਈ ਇਦਾਂ ਦਾ ਆਫੈਂਸ ਕਰਦਾ ਹੈ ਤਾਂ ਉਹਦੀ ਜਿਹੜੀ ਸਜ਼ਾ ਆਲਮੋਸਟ ਡਬਲ ਹੈਗੀ ਹੈ। ਜੇਕਰ ਜਨਰਲ ਪਬਲਿਕ ਕੋਈ ਆਫੈਂਸ ਕਰਦੀ ਹੈ ਤਾਂ ਉਹਦੇ ਵਿੱਚ ਸਜ਼ਾ ਆਪਾਂ ਹੁਣ ਪੜਾਂਗੇ ਇਸ ਸੈਕਸ਼ਨ ਦੇ ਵਿੱਚ 120 ਦੱਸੀ ਗਈ ਹੈ। ਜੇਕਰ ਉਹਦੀ ਸਜ਼ਾ ਹੈਗੀ ਹੈ, ਜਿਹੜਾ ਆਫੈਂਸ ਹੈ ਜਿਹਨੂੰ ਉਹ ਕੰਸੀਲ ਕਰਦਾ ਹੈ ਜਾਂ ਓਮਿਟ ਕਰਦਾ ਹੈ, ਜੇਕਰ ਉਹ ਸਜ਼ਾ ਇਦਾਂ ਦੀ ਉਹਦੀ ਸਜ਼ਾ ਹੈਗੀ ਹੈ ਆਫੈਂਸ ਹੈਗਾ ਪਨਿਸ਼ਲ ਵਿਦ ਇੰਪ੍ਰਿਜ਼ਨਮੈਂਟ ਹੈਗਾ, ਉਮਰ ਕੈਦ ਨਹੀਂ ਹੋਣੀ, ਨਾ ਹੀ ਉਹਨੂੰ ਮਤਲਬ ਕਿ ਮੌਤ ਦੀ ਸਜ਼ਾ ਹੋ ਸਕਦੀ ਹੈ। ਤਾਂ ਇਹਦੇ ਵਿੱਚ ਕੀ ਹੈ, ਜੇਕਰ ਅਫੈਂਸ ਕਮਿਟ ਹੋ ਜਾਂਦਾ ਹੈ, ਠੀਕ ਹੈ, ਤਾਂ ਉਸ ਅਫੈਂਸ ਦਾ ਚੌਥਾ ਹਿੱਸਾ ਜਿਹੜੀ ਸਜ਼ਾ ਹੋਏਗੀ ਇਸ ਅਪਰਾਧੀ ਨੂੰ ਹੋ ਸਕਦੀ ਹੈ। ਜੇਕਰ ਅਫੈਂਸ ਕਮਿਟ ਹੋ ਜਾਂਦਾ ਹੈ, ਜਿੰਨੀ ਉਸ ਅਫੈਂਸ ਦੀ ਸਜ਼ਾ ਹੋਏਗੀ ਅਫੈਂਡਰ ਨੂੰ, ਜਿਹਨੇ ਅਫੈਂਸ ਕਮਿਟ ਕੀਤਾ, ਜਿੰਨੀ ਸਜ਼ਾ ਉਸ ਨੂੰ ਹੋਏਗੀ ਉਹਦਾ ਜਿਨਕੇ 1/4 ਪਾਰਟ ਜਿਹੜੀ ਸਜ਼ਾ ਹੈਗੀ ਹੈ ਉਸ ਵਿਅਕਤੀ ਨੂੰ ਹੋ ਸਕਦੀ ਹੈ ਜਿਹਨੇ ਉਸ ਅਫੈਂਸ ਨੂੰ ਹੋਣ ਦਿੱਤਾ ਜਾਂ ਮਤਲਬ ਫੈਸਿਲੀਟੇਟ ਕੀਤਾ ਜਾਂ ਉਹਦੀ ਇਨਫੋਰਮੇਸ਼ਨ ਨਹੀਂ ਦਿੱਤੀ। ਪਰ ਜੇਕਰ ਜਿਹੜਾ ਅਫੈਂਸ ਹੈ ਉਹ ਕਮਿਟ ਨਹੀਂ ਹੁੰਦਾ ਤਾਂ ਜਿਹੜੀ ਸਜ਼ਾ ਹੈਗੀ ਹੈ ਇਸ ਅਪਰਾਧੀ ਨੂੰ 1/8 ਹਿੱਸਾ ਉਸ ਅਫੈਂਸ ਦੀ ਸਜ਼ਾ ਦਾ 1/8 ਹਿੱਸਾ ਸਜ਼ਾ ਹੋ ਸਕਦੀ ਹੈ, ਜਾਂ ਫਿਰ ਫਾਈਨ ਵੀ ਹੋ ਸਕਦਾ ਹੈ ਜਾਂ ਦੋਨੋਂ ਵੀ ਹੋ ਸਕਦੇ ਹੈ। यानी कि ਜਿਹੜਾ ਸੈਕਸ਼ਨ 120 ਹੈ ਇਟ ਇਜ਼ ਰਿਲੇਟਡ ਵਿਦ ਜਨਰਲ ਪਬਲਿਕ, ਜਿਹੜਾ ਸੈਕਸ਼ਨ 119 ਹੈ ਉਹ ਹੈਗਾ ਪਬਲਿਕ ਸਰਵੈਂਟ ਦੇ ਲਈ। नेक्स्ट चैप्टर है 5A क्रिमिनल कॉन्स्पीरेसी, वेरी इंपॉर्टेंट है, पेपर च आंदा अक्सर। अब तुम देखते भी होगे जिन्हें भी तुम FIR देखोगे मैक्सीमम FIR ਦੇ ਵਿੱਚ ਇਹ ਸੈਕਸ਼ਨ 120A 120B 120A 120B ਲੱਗਿਆ ਹੈ ਹੁੰਦਾ ਹੈ, ਠੀਕ ਹੈ। ਕਿਉਂ ਲੱਗਿਆ ਹੈ ਹੁੰਦਾ ਹੈ 120B, ਕਿਉਂਕਿ ਸਾਜ਼ਿਸ਼ ਰਚਨ ਦੇ ਵਿੱਚ 1 ਜਾਂ 2 3 4 ਬੰਦੇ ਜਿਹੜੇ ਇਨਵੋਲਵ ਹੁੰਦੇ ਆ, ਠੀਕ ਹੈ। ਜਦੋਂ ਕੋਈ ਸਾਜ਼ਿਸ਼ ਰਚੀ ਜਾਂਦੀ ਹੈ, ਜਦੋਂ ਕ੍ਰਿਮੀਨਲ ਕੌਨਸਪੀਰੇਸੀ ਮਤਲਬ ਕਿ ਕੋਈ ਕ੍ਰਾਈਮ ਕਰਨ ਦੇ ਲਈ ਸਾਜ਼ਿਸ਼ ਬਣਾਈ ਜਾਂਦੀ ਹੈ, ਠੀਕ ਹੈ। ਇਹ ਸੈਕਸ਼ਨ 120A ਤੇ 120B ਦੇ ਨਾਲ ਰਿਲੇਟ ਕਰਦੀ ਹੈਗੀ ਹੈ। ਵੈਨ 2 or more persons, ਜਦੋਂ 2 ਜਾਂ 2 ਤੋਂ ਵੱਧ ਵਿਅਕਤੀ, ਠੀਕ ਹੈ, ਕੋਈ ਕ੍ਰਾਈਮ ਕਰਨ ਦੇ ਲਈ ਕੋਈ ਸਕੀਮ ਬਣਾਉਂਦੇ ਆ, ਕੋਈ ਕੰਮ ਕਰਦੇ ਆ, ਕੋਈ ਇਲੀਗਲ ਐਕਟ ਕਰਦੇ ਆ ਜਾਂ ਕੋਈ ਐਕਟ ਐਸਾ ਕਰਦੇ ਆ ਬਾਈ ਇਲੀਗਲ ਮੀਨਸ ਕਰਦੇ ਆ। ਕ੍ਰਿਮੀਨਲ ਕੌਨਸਪੀਰੇਸੀ ਮਤਲਬ ਸਾਜ਼ਿਸ਼ ਘੜਦੇ ਆ ਕੋਈ ਜੁਰਮ ਕਰਨ ਦੀ ਖਾਤਰ, ਠੀਕ ਹੈ। ਤਾਂ ਉਸ ਨੂੰ ਅਸੀਂ ਕੀ ਕਹਿੰਦੇ ਆ, ਇਟ ਇਜ਼ ਅ ਡੈਫੀਨੇਸ਼ਨ ਆਫ ਦਾ ਕ੍ਰਿਮੀਨਲ ਕੌਨਸਪੀਰੇਸੀ। ਜੇ ਤੁਹਾਨੂੰ ਡੈਫੀਨੇਸ਼ਨ ਆ ਜਾਂਦੇ ਤਾਂ ਤੁਸੀਂ 120A ਦੀ ਜਿਹੜੀ ਹੈਗੀ ਆਨਸਰ ਦੇਣੀ ਹੈਗੀ ਹੈ ਡੈਫੀਨੇਸ਼ਨ ਦੇ ਰਿਗਾਰਡਿੰਗ। ਜਦੋਂ 2 ਜਾਂ 2 ਤੋਂ ਵੱਧ ਵਿਅਕਤੀ ਕੋਈ ਕ੍ਰਾਈਮ ਕਰਨ ਦੀ ਖਾਤਰ ਇਕੱਠੇ ਹੁੰਦੇ ਆ, ਸਾਜ਼ਿਸ਼ ਰਚਦੇ ਆ, ਤਾਂ ਉਹਨੂੰ ਅਸੀਂ ਕੀ ਕਹਿੰਦੇ ਆ, ਕ੍ਰਿਮੀਨਲ ਕੌਨਸਪੀਰੇਸੀ ਕਹਿੰਦੇ ਆ। ਸੈਕਸ਼ਨ 120B ਦੇ ਵਿੱਚ ਕੀ ਹੁੰਦੀ ਹੈ, ਜੇ ਕੋਈ ਕ੍ਰਿਮੀਨਲ ਕੌਨਸਪੀਰੇਸੀ ਰਚਦਾ ਹੈ ਤਾਂ ਉਹਦੀ ਸਜ਼ਾ ਕੀ ਹੋਏਗੀ, ਠੀਕ ਹੈ। ਇਹ ਸਜ਼ਾ ਦਾ ਪ੍ਰਾਵਧਾਨ ਦਿੱਤਾ ਗਿਆ 120B ਦੇ ਵਿੱਚ। whoever is a party to a criminal conspiracy, ਕਿਹੜੀ ਕੌਨਸਪੀਰੇਸੀ, ਜਿਹਦੇ ਵਿੱਚ ਜਿਹਦੀ offense punishable with death, ਐਸਾ offense ਕਰਨ ਦੇ ਲਈ ਕੋਈ ਮਤਲਬ ਕਿ ਕੌਨਸਪੀਰੇਸੀ ਰਚੀ ਗਈ ਹੈ, ਕੋਈ ਸਾਜ਼ਿਸ਼ ਰਚੀ ਗਈ ਹੈ ਜਿਹਦੀ ਉਮਰ ਹੈ ਜਿਹਦਾ ਜਿਹੜਾ ਮਤਲਬ ਸਜ਼ਾ ਹੈਗੀ ਹੈ ਜਾਂ ਤਾਂ ਮੌਤ ਹੋ ਸਕਦੀ ਹੈ ਜਾਂ ਇੰਪ੍ਰਿਜ਼ਨਮੈਂਟ ਫਾਰ ਲਾਈਫ ਹੋ ਸਕਦੀ ਹੈ, ਜਾਂ ਉਮਰ ਕੈਦ ਹੋ ਸਕਦੀ ਹੈ, ਜਾਂ ਫਿਰ ਰਿਗਰਸ ਇੰਪ੍ਰਿਜ਼ਨਮੈਂਟ ਫਾਰ ਏ ਟਰਮ ਆਫ 2 years ਔਰ ਅਪਵਰਡ, ਜਾਂ ਉਹਨੂੰ ਸਖਤ ਸਜ਼ਾ ਹੋ ਸਕਦੀ ਹੈ 2 ਸਾਲ ਜਾਂ 2 ਸਾਲ ਤੋਂ ਵੱਧ ਦੀ। ਐਸਾ ਜੁਰਮ ਕਰਨ ਦੀ ਖਾਤਰ ਜਦੋਂ ਕੋਈ ਸਾਜ਼ਿਸ਼ ਰਚੀ ਜਾਂਦੀ ਹੈ, ਠੀਕ ਹੈ, ਤਾਂ ਜਿਹੜੇ ਸਾਜ਼ਿਸ਼ ਬੰਦੇ ਰਚਦੇ ਹੈਗੇ ਆ, whoever no express provision be punished in the same manner as if he had abetted such offense। ਇੱਥੇ ਇਹਨੂੰ ਸੈਕਸ਼ਨ 108 ਦੇ ਨਾਲ ਲਾਇਆ ਗਿਆ ਹੈਗਾ। ਜਿਵੇਂ ਅਬੈਟਮੈਂਟ ਦੇ ਵਿੱਚ ਸਜ਼ਾ ਹੁੰਦੀ ਸੀਗੀ, ਅਬੈਟਮੈਂਟ 'ਚ ਕੀ ਸਜ਼ਾ ਹੁੰਦੀ ਸੀਗੀ ਅਬੈਟਰ ਨੂੰ, ਜੋ ਪੁਨਿਸ਼ਮੈਂਟ ਹੋਏਗੀ ਜਿਹਨੇ ਕ੍ਰਾਈਮ ਕੀਤਾ, ਜਿਹੜਾ ਕ੍ਰਾਈਮ ਕੀਤਾ ਉਸ ਕ੍ਰਾਈਮ ਦੀ ਜੋ ਸਜ਼ਾ ਹੋਏਗੀ ਉਹੀ ਅਬੈਟਰ ਨੂੰ ਸਜ਼ਾ ਹੋਏਗੀ, ਠੀਕ ਹੈ। 120B ਦੇ ਵਿੱਚ ਵੀ ਕੀ ਹੈਗਾ, ਜੇ 2 ਜਾਂ 3 ਬੰਦੇ 4 ਬੰਦੇ 5 ਬੰਦਿਆਂ ਨੇ ਰਲ ਕੇ ਕੋਈ ਕੌਨਸਪੀਰੇਸੀ ਰਚੀ, ਠੀਕ ਹੈ, ਕੋਈ ਜੁਰਮ ਕੀਤਾ ਗਿਆ, ਉਹਦੇ ਵਿੱਚੋਂ ਚਾਹੇ ਇੱਕ ਬੰਦੇ ਨੇ ਜੁਰਮ ਕਰਤਾ ਚਾਹੇ 2 ਨੇ ਕਰ ਦਿੱਤਾ, ਪਰ ਉਸ ਕੌਨਸਪੀਰੇਸੀ ਦੇ ਵਿੱਚ ਜਿੰਨੇ ਬੰਦੇ ਸ਼ਾਮਲ ਸੀਗੇ ਸਾਰਿਆਂ ਨੂੰ ਹੀ ਉਹ ਜਿਹੜੀ ਸਜ਼ਾ ਹੈਗੀ ਹੈ ਉਹਦੀ ਪਨਿਸ਼ਮੈਂਟ ਹੋਏਗੀ, ਜਿਵੇਂ ਕਿ ਅਬੈਟਮੈਂਟ ਦੇ ਵਿੱਚ ਹੁੰਦੀ ਹੈਗੀ ਹੈ। whoever is a party to a criminal conspiracy other than a criminal conspiracy to commit an offence punishable as aforesaid shall be punished with imprisonment of either description
ਜਿਹੜੇ ਉੱਪਰਲੇ ਕੇਸ ਸੀ 3 ਜਿਹਦੇ ਵਿੱਚ ਸਜ਼ਾ ਮੌਤ ਜਾਂ ਸਜ਼ਾ ਉਮਰ ਕੈਦ ਜਾਂ ਸਜ਼ਾ ਸਖਤ ਸਜ਼ਾ 2 ਸਾਲ ਜਾਂ 2 ਸਾਲ ਤੋਂ ਵੱਧ, ਇਹਨਾਂ ਨੂੰ ਛੱਡ ਕੇ ਐਸੀ ਕ੍ਰਾਈਮ ਦੀ ਜਿਹੜੀ ਕੰਸਪੀਰੇਸੀ ਨੂੰ ਛੱਡ ਕੇ ਜੇਕਰ ਫਿਰ ਵੀ ਕੋਈ ਵਿਅਕਤੀ ਕੋਈ ਐਸੀ ਕ੍ਰਾਈਮ ਮਤਲਬ ਕਿ ਐਸਾ ਕ੍ਰਾਈਮ ਕਰਨ ਦੇ ਲਈ ਉਹ ਕੰਸਪੀਰੇਸੀ ਕਰਦੇ ਨੇ ਜਿਹਦੀ ਸਜ਼ਾ 2 ਸਾਲ ਤੋਂ ਘੱਟ ਹੋ ਸਕਦੀ ਹੈ, ਠੀਕ ਹੈ, ਤਾਂ ਉਹਨਾਂ ਵਿਅਕਤੀਆਂ ਦੇ ਵਿੱਚੋਂ ਜੇ ਕੋਈ ਕ੍ਰਾਈਮ ਕਰਦਾ ਹੈਗਾ, ਚਾਹੇ 1 ਕਰਦਾ ਚਾਹੇ 2 ਕਰਦੇ ਨੇ, ਤਾਂ ਸਾਰੇ ਹੀ ਬੰਦਿਆਂ ਨੂੰ ਜਿਹੜੀ ਸਜ਼ਾ ਹੋਏਗੀ 6 ਮਹੀਨੇ ਤੱਕ ਦੀ ਸਜ਼ਾ ਹੋ ਸਕਦੀ ਹੈ, ਜਾਂ ਵਿਦ ਫਾਈਨ ਹੋ ਸਕਦਾ ਹੈ, ਜਾਂ ਦੋਨੋਂ ਹੋ ਸਕਦੇ ਹੈ। ਯਾਨੀ ਕਿ ਇਹ 2 ਅਲੱਗ-ਅਲੱਗ ਪਹਿਰੇ ਹੈਗੇ ਆ, ਠੀਕ ਹੈ। ਪਹਿਲੇ ਕੇਸ ਦੇ ਵਿੱਚ ਜਿਹੜੀ ਸਜ਼ਾ ਹੋਏਗੀ ਐਜ਼ ਟੂ ਦਾ ਅਬੈਟਮੈਂਟ, ਮਤਲਬ ਜਿਵੇਂ ਅਫੈਂਸ ਕਮਿਟ ਹੋਇਆ ਸੇਮ ਹੀ ਸਜ਼ਾ ਹੋਏਗੀ, ਠੀਕ ਹੈ। ਦੂਜੇ ਕੇਸ ਦੇ ਵਿੱਚ ਜਿਹੜਾ ਅਫੈਂਸ ਹੈ ਉਹ 2 ਸਾਲ ਤੋਂ ਘੱਟ ਦੀ ਸਜ਼ਾ ਵਾਲਾ ਹੈ, ਤਾਂ ਇੱਥੇ ਜਿਹੜੀ ਸਜ਼ਾ ਦੱਸੀ ਗਈ ਹੈ 6 ਮਹੀਨੇ ਤੱਕ ਦੀ ਸਜ਼ਾ ਹੋਏਗੀ ਸਾਜ਼ਿਸ਼ ਰਚਣ ਵਾਲੇ ਵਿਅਕਤੀਆਂ ਨੂੰ। ਨੈਕਸਟ ਜਿਹੜਾ ਚੈਪਟਰ 6 ਇਹ ਹੈਗਾ ਇਹ ਆਪਣੇ ਸਿਲੇਬਸ ਦੇ ਵਿੱਚ ਨਹੀਂ ਹੈਗਾ। offenses against the state is not in your syllabus। next ਅੱਗੇ ਚਲੋ। अगला चैप्टर है 7 offenses relating to the army, navy and force। it is also not in your syllabus, ਇਹਨੂੰ ਵੀ ਛੱਡ ਦਿਓ ਜੀ। ਅੱਗੇ ਆ ਜਾਵਾਂਗੇ ਅਸੀਂ ਚੈਪਟਰ ਨੰਬਰ 8 ਤੇ। ਚੈਪਟਰ ਨੰਬਰ 8 offenses against public tranquility, ਬਹੁਤ ਇੰਪੋਰਟੈਂਟ ਚੈਪਟਰ ਹੈਗਾ। ਤੁਸੀਂ ਅਕਸਰ ਜਦੋਂ ਤੁਸੀਂ ਐਜ਼ ਅ ਆਫੀਸਰ ਕੰਮ ਕਰਨਾ ਹੈ, ਤੁਸੀਂ ਇਸ ਚੈਪਟਰ ਦੇ ਤੌਰ ਤੇ ਇਸ ਚੈਪਟਰ ਦੇ ਵਿੱਚ ਤੁਹਾਨੂੰ ਜਿਹੜੀਆਂ ਹੈਗੀਆਂ ਨੇ ਸੈਕਸ਼ਨਸ ਹੈਗੀਆਂ ਨੇ ਉਹ ਇਨ ਪ੍ਰੈਕਟੀਕਲ ਸਾਨੂੰ ਯੂਟਿਲਾਈਜ਼ ਕਰਨ ਨੂੰ ਮਿਲਣਗੀਆਂ, ਠੀਕ ਹੈ। ਜਦੋਂ ਕਿਤੇ ਧਰਨੇ ਮੁਜ਼ਾਹਰੇ ਵਗੈਰਾ ਹੁੰਦੇ ਨੇ, ਜਿਵੇਂ ਕਿ ਸਾਡੇ ਸੰਵਿਧਾਨ ਦੇ ਮੁਤਾਬਕ ਹਰ ਇੱਕ ਵਿਅਕਤੀ ਨੂੰ ਆਪਣੀ ਗੱਲ ਕਹਿਣ ਦਾ ਬੋਲਣ ਦਾ ਅਧਿਕਾਰ ਹੈਗਾ। ਸਾਡਾ ਕਨਸਟੀਟਿਊਸ਼ਨ ਸਾਨੂੰ ਰਾਈਟ ਦਿੰਦਾ ਹੈ, ਬੋਲਣ ਦਾ ਅਧਿਕਾਰ ਹੈਗਾ, ਮੁਜ਼ਾਹਰਾ ਕਰਨ ਦਾ ਅਧਿਕਾਰ ਹੈਗਾ, ਆਪਣੀ ਗੱਲ ਕਹਿਣ ਦਾ ਅਧਿਕਾਰ ਹੈਗਾ, ਠੀਕ ਹੈ। ਅਸੈਂਬਲੀ ਹੋਣ ਦਾ ਅਧਿਕਾਰ ਵੀ ਹੈਗਾ। ਪਰ ਜਦੋਂ ਕੋਈ ਇੱਦਾਂ ਦੀ ਅਸੈਂਬਲੀ ਜਿਹੜੀ ਹੈਗੀ ਹੈ ਉਹ ਕ੍ਰਾਈਮ ਕਰਨ ਲੱਗ ਜਾਵੇ, ਠੀਕ ਹੈ, ਸ਼ਾਂਤੀ ਨੂੰ ਭੰਗ ਕਰਨ ਲੱਗ ਜਾਵੇ, ਉਹ ਜਿਹੜੀ ਅਸੈਂਬਲੀ ਹੁੰਦੀ ਹੈ ਉਹ ਅਨਲਾਫੁਲ ਅਸੈਂਬਲੀ ਬਣ ਜਾਂਦੀ ਹੈ, ਠੀਕ ਹੈ। ਇੱਥੇ ਪਹਿਲਾਂ ਅਸੀਂ ਦੇਖਾਂਗੇ ਅਨਲਾਫੁਲ ਅਸੈਂਬਲੀ ਕੀ ਹੁੰਦੀ ਹੈ। ਅਸੈਂਬਲੀ ਤਾਂ ਹੋ ਗਈ ਜਦੋਂ ਤੱਕ ਜਿਵੇਂ ਹੁਣ ਆਪਾਂ ਬੈਠ ਕੇ ਪੀਸਫੁਲੀ ਕੋਈ ਧਰਨਾ ਦਿੰਦੇ ਹਾਂ, ਕੋਈ ਮੁਜ਼ਾਹਰਾ ਕਰਦੇ ਹਾਂ, ਦੈਟ ਇਜ਼ ਅਸੈਂਬਲੀ। ਪਰ ਜਦੋਂ ਅਸੈਂਬਲੀ ਜਿਹੜੀ ਹੈਗੀ ਹੈ ਉਹ ਕ੍ਰਿਮੀਨਲ ਫੋਰਸ ਯੂਜ਼ ਕਰਨ ਲੱਗ ਜਾਵੇ, ਜਿਹੜੇ ਅਧਿਕਾਰੀ ਉੱਥੇ ਡਿਊਟੀ ਦੇ ਰਹੇ ਆ ਉਹਨਾਂ ਦੇ ਨਾਲ ਸਨਮੁਖੀ ਹੋ ਜਾਵੇ ਜਾਂ ਉਹਨਾਂ ਨੂੰ ਡਰਾਉਣ ਲੱਗ ਜਾਵੇ, ਠੀਕ ਹੈ, ਤਾਂ ਜਿਹੜੀ ਉਹ ਅਸੈਂਬਲੀ ਹੁੰਦੀ ਹੈ ਉਹ ਅਨਲਾਫੁਲ ਅਸੈਂਬਲੀ ਬਣ ਜਾਂਦੀ ਹੈ। ਇਹ ਅਸੈਂਬਲੀ ਕਿੰਨੇ ਬੰਦਿਆਂ ਦੀ ਹੋਣੀ ਚਾਹੀਦੀ ਹੈ? 5 ਜਾਂ 5 ਤੋਂ ਵੱਧ ਬੰਦੇ ਹੋਣੇ ਚਾਹੀਦੇ ਨੇ। 3-4 ਬੰਦਿਆਂ ਦੇ ਨਾਲ ਅਸੈਂਬਲੀ ਜਿਹੜੀ ਅਨਲਾਫੁਲ ਅਸੈਂਬਲੀ ਨਹੀਂ ਕਹਿ ਸਕਦੇ ਅਸੀਂ, ਠੀਕ ਹੈ। offenses against the public tranquility, ਆਮ ਜਨਤਾ ਦੀ ਜਿਹੜੀ ਸ਼ਾਂਤੀ ਨੂੰ ਭੰਗ ਕਰਨ ਦੀ ਖਾਤਰ ਜਿਹੜਾ ਚੈਪਟਰ ਸਾਡਾ ਹੈਗਾ ਵੀ ਆਮ ਜਨਤਾ ਦੀ ਜਿਹੜੀ ਸ਼ਾਂਤੀ ਹੈ ਉਹ ਭੰਗ ਹੁੰਦੀ ਹੈ, ਠੀਕ ਹੈ। ਉਹਦੇ ਨਾਲ ਰਿਲੇਟਡ ਹੈਗਾ ਸੈਕਸ਼ਨ 141 ਤੋਂ ਲੈ ਕੇ 160 ਤੱਕ ਜਾਣਗੇ ਇਹ ਸੈਕਸ਼ਨ, ਇਹਦੇ ਜਿਹੜਾ ਅਸੀਂ ਡਿਸਕਸ ਕਰਾਂਗੇ, ਠੀਕ ਹੈ। ਅਨਲਾਫੁਲ ਅਸੈਂਬਲੀ ਦੀ ਗੱਲ ਕੀਤੀ ਗਈ ਪਹਿਲਾਂ। ਐਨ ਅਸੈਂਬਲੀ 5 or more persons is designated an unlawful assembly if the common object of the persons composing that assembly is to overthrow by criminal force। ਇਸ ਅਸੈਂਬਲੀ ਦਾ ਜਿਹੜਾ ਕਾਮਨ ਇੰਟੈਂਸ਼ਨ ਹੈਗੀ, ਕਾਮਨ ਆਬਜੈਕਟ ਕੀ ਹੈਗਾ, ਜਦੋਂ ਇਹ ਜਿਹੜੀ ਅਸੈਂਬਲੀ ਹੈਗੀ ਹੈ 5 ਜਾਂ 5 ਤੋਂ ਵੱਧ ਬੰਦੇ ਹੈਗੇ ਜਿਹੜੇ ਵਿਅਕਤੀ ਹੈਗੇ ਨੇ, ਉਹ ਬਾਈ ਸ਼ੋ ਆਫ ਕ੍ਰਿਮੀਨਲ ਫੋਰਸ ਯੂਜ਼ ਕਰਦੇ ਆ। ਕਿਹਦੇ ਖਿਲਾਫ? ਕੋਈ ਸੈਂਟਰਲ ਗਵਰਨਮੈਂਟ ਦੀ ਕੋਈ ਆਫੀਸਰਸ ਹੈਗੇ ਨੇ, ਜਾਂ ਸਟੇਟ ਗਵਰਨਮੈਂਟ ਦੇ ਆਫੀਸਰਸ ਹੈਗੇ ਨੇ, ਜਾਂ ਪਾਰਲੀਮੈਂਟ ਦੇ ਆਫੀਸਰਸ ਹੈਗੇ ਨੇ, ਜਾਂ ਸਟੇਟ ਲੈਜਿਸਲੇਚਰ ਦੇ ਆਫੀਸਰਸ ਹੈਗੇ ਨੇ, ਠੀਕ ਹੈ, ਪੁਲਿਸ ਡਿਊਟੀ ਦੇ ਰਹੇ ਨੇ, ਔਰ ਐਨੀ ਪਬਲਿਕ ਸਰਵੈਂਟ ਜਾਂ ਕੋਈ ਵੀ ਪਬਲਿਕ ਸਰਵੈਂਟ ਹੋ ਸਕਦਾ ਹੈ ਜਿਹੜਾ ਆਪਣੀ ਡਿਊਟੀ ਕਰ ਰਿਹਾ ਹੋ, ਜਿਵੇਂ ਕੋਈ ਆਕਸ਼ਨ ਕਰਾਉਣ ਗਿਆ ਹੈ, ਕੋਈ ਕਬਜ਼ਾ ਕਾਰਵਾਈ ਕਰਾਉਣ ਤੇ ਗਿਆ ਹੈਗਾ, ਠੀਕ ਹੈ, ਰੈਵਨਿਊ ਆਫੀਸਰਸ ਜਾਂਦੇ ਹੈਗੇ ਆ,
or any public servant in the exercise of the lawful power of such public servant। ਪਬਲਿਕ ਸਰਵੈਂਟ ਕਾਨੂੰਨੀ ਤੌਰ ਤੇ ਕਿਸੇ ਬੰਦੇ ਨੂੰ ਅਰੈਸਟ ਕਰਨ ਵਾਸਤੇ ਗਏ ਨੇ, ਕਿਸੇ ਬੰਦੇ ਨੂੰ ਕੋਈ ਬੋਲੀ ਕਰਨ ਵਾਸਤੇ ਗਏ ਨੇ, ਕੋਈ ਕਬਜ਼ਾ ਕਾਰਵਾਈ ਕਰਨ ਵਾਸਤੇ ਗਏ ਨੇ, ਜਾਂ ਕਿਤੇ ਡਿਊਟੀ ਦੇ ਰਹੇ ਨੇ ਜਿੱਥੇ ਕੋਈ ਮਤਲਬ ਕਿ ਕੋਈ ਅਸੈਂਬਲੀ ਆਪਦਾ ਪ੍ਰੋਸੈਸ਼ਨ ਕਰ ਰਹੀ ਹੈਗੀ ਹੈ, ਉੱਥੇ ਗਏ ਨੇ। ਉਹਨਾਂ ਬੰਦਿਆਂ ਨੂੰ ਜੇ ਉਹ ਜਿਹੜੀ ਭੀੜ ਹੈਗੀ ਹੈ, ਠੀਕ ਹੈ, ਕ੍ਰਿਮੀਨਲ ਫੋਰਸ ਉਹਨਾਂ ਦੇ ਅਗੇਂਸਟ ਯੂਜ਼ ਕਰੇ, ਉਹਨਾਂ ਦੇ ਅਗੇਂਸਟ ਕ੍ਰਿਮੀਨਲ ਫੋਰਸ ਯੂਜ਼ ਕਰੇ, ਉਹਨਾਂ ਨੂੰ ਡਰਾਵੇ ਧਮਕਾਵੇ, ਠੀਕ ਹੈ, ਇੱਕ ਤਾਂ ਇਹ ਕੇਸ ਹੋ ਗਿਆ। ਦੂਜਾ ਕੇਸ ਕੀ ਹੈ? ਟੂ ਰੈਸਿਸਟ ਦਾ ਐਗਜ਼ੀਕਿਊਸ਼ਨ ਆਫ ਲਾਅ, ਲੀਗਲ ਪ੍ਰੋਸੈਸ, ਕੋਈ ਲੀਗਲ ਪ੍ਰੋਸੈਸ ਅਡਾਪਟ ਕਰ ਰਿਹਾ ਹੈਗਾ, ਠੀਕ ਹੈ, ਉਹਦੇ 'ਚ ਰੁਕਾਵਟ ਪਾਵੇ, ਜਿਵੇਂ ਕੋਈ ਬੋਲੀ ਕਰ ਰਿਹਾ ਹੈ ਜਾਂ ਕਬਜ਼ਾ ਕਾਰਵਾਈ ਕਰ ਰਿਹਾ ਹੈ, ਆਫੀਸਰ ਡਿਊਟੀ ਦੇ ਹੈ, ਉਹਨੂੰ ਰੋਕ ਦੇਵੇ, ਉਹਦੀ ਐਗਜ਼ੀਕਿਊਸ਼ਨ ਨੂੰ ਰੋਕ ਦੇਵੇ, ਉਹਨੂੰ ਕਾਨੂੰਨੀ ਕਾਰਵਾਈ ਕਰਦੇ ਕਰਦੇ ਨੂੰ ਮਤਲਬ ਹਟਾ ਦੇਵੇ ਵੀ ਮੈਂ ਅਸੀਂ ਨਹੀਂ ਹੋਣ ਦਿੰਦੇ ਹੈਗੇ, ਉਹਦਾ ਵਿਰੋਧ ਕਰੇ, ਠੀਕ ਹੈ। ਤੀਜਾ ਕੇਸ ਕੀ ਹੈਗਾ? ਟੂ ਕਮਿਟ ਬਾਈ ਐਨੀ ਮਿਸਚੀਫ ਔਰ ਕ੍ਰਿਮੀਨਲ ਟ੍ਰੈਸਪਾਸ ਔਰ ਅਦਰ offense, ਕੋਈ ਸ਼ਰਾਰਤ ਕਰੇ ਇਹ ਜੀ, ਧੱਕੇ ਨਾਲ ਕਿਤੇ ਐਂਟਰੀ ਕਰੇ, ਕ੍ਰਿਮੀਨਲ ਟ੍ਰੈਸਪਾਸ ਕਰੇ ਔਰ ਅਦਰ offense, ਕੋਈ ਹੋਰ ਇਦਾਂ ਦਾ ਜ਼ੁਲਮ ਕਰ ਦੇਵੇ, ਇਹ ਵਾਲੀ ਅਸੈਂਬਲੀ ਇਕੱਠੀ ਹੋ ਕੇ, ਠੀਕ ਹੈ, ਜਾਂ ਬਾਈ ਮੀਨਸ ਆਫ ਕ੍ਰਿਮੀਨਲ ਫੋਰਸ ਔਰ ਸ਼ੋ ਆਫ ਕ੍ਰਿਮੀਨਲ ਫੋਰਸ ਟੂ ਐਨੀ ਪਰਸਨ ਟੂ ਟੇਕ ਔਰ obtain possession, ਕਿਸੇ ਵਿਅਕਤੀ ਦਾ ਇਕੱਠੇ ਹੋ ਕੇ ਧੱਕੇ ਨਾਲ ਕਿਸੇ ਪ੍ਰੋਪਰਟੀ ਦੇ ਉੱਪਰ ਹਮਲਾ ਕਰ ਦੇਣ, ਕਿਸੇ ਪ੍ਰੋਪਰਟੀ ਨੂੰ ਕਬਜ਼ੇ 'ਚ ਲੈ ਲੈਣ, ਠੀਕ ਹੈ। deprive any person of the enjoyment of right of way, ਕਿਸੇ ਦਾ ਰਸਤਾ ਰੋਕ ਦੇਣ, ਠੀਕ ਹੈ, ਔਰ ਦਾ use of water ਔਰ other incorporated, ਕੋਈ ਪਾਣੀ ਲੈ ਰਿਹਾ ਖੂਹ ਤੋਂ ਜਾਂ ਕਿਸੇ ਟਿਊਬਵੈਲ ਤੋਂ ਕੋਈ ਪਾਣੀ ਲੈ ਰਿਹਾ, ਜਿਵੇਂ ਕਿ ਆਪਾਂ ਪੁਰਾਣੇ ਜ਼ਮਾਨੇ 'ਚ ਦੇਖਦੇ ਆ, ਕਿਸੇ ਖੂਹ ਤੇ ਕੋਈ ਪਾਣੀ ਲੈ ਰਿਹਾ ਜੀ, ਨਹੀਂ ਤੁਹਾਡੇ ਕੋਲ ਇਹਦਾ ਤੁਹਾਡਾ ਇਹ ਰਾਈਟ ਨਹੀਂ ਹੈਗਾ ਤੁਹਾਡਾ, ਠੀਕ ਹੈ, ਤੁਸੀਂ ਇੱਥੋਂ ਪਾਣੀ ਨਹੀਂ ਲੈ ਸਕਦੇ, ਇਕੱਠੇ ਹੋ ਕੇ ਲੋਕ ਕੋਈ ਮੁਜ਼ਾਹਰਾ ਕਰਨ ਉਹਦੇ ਖਿਲਾਫ। ਇੱਦਾਂ ਦੀ ਜਦੋਂ ਇਹ ਵਿਅਕਤੀ ਜਿਹੜੇ ਹੈਗੇ ਨੇ ਇਕੱਠੇ ਹੋ ਕੇ, 5 ਜਾਂ 5 ਤੋਂ ਜ਼ਿਆਦਾ ਵਿਅਕਤੀ ਜਦੋਂ ਕੋਈ ਇੱਦਾਂ ਦੇ ਕੰਮ ਕਰਦੇ ਨੇ, ਜਿਵੇਂ ਕਿ 4 ਕੰਮ ਮੈਂ ਤੁਹਾਨੂੰ ਉੱਪਰ ਦਿਖਾਏ ਆ, ਕਿਸੇ ਪੁਲਿਸ ਫੋਰਸ ਨੂੰ ਡਰਾਉਂਦੇ ਨੇ, ਠੀਕ ਹੈ, ਸਰਕਾਰੀ ਅਫਸਰ ਕੋਈ ਕੰਮ ਕਰਨ ਵਾਸਤੇ ਗਏ ਉਹਨੂੰ ਰੋਕਦੇ ਨੇ, ਜਾਂ ਕੋਈ ਹੋਰ ਐਸਾ ਵੈਸਾ ਗਲਤ ਕੰਮ ਕਰਦੇ ਨੇ, ਕਿਸੇ ਲੈਂਡ ਦੇ ਉੱਪਰ ਧੱਕੇ ਨਾਲ ਵੜਦੇ ਨੇ, ਐਂਟਰੀ ਕਰਦੇ ਹੈਗੇ ਆ, ਜਾਂ ਫਿਰ ਕਿਸੇ ਵਿਅਕਤੀ ਨੂੰ ਲਾਫਲੀ ਕੋਈ ਕੰਮ ਕਰ ਰਿਹਾ, ਕੋਈ ਯੂਟੀਲਾਈਜ਼ ਕਰ ਰਿਹਾ, ਕੋਈ ਰਸਤਾ ਯੂਟੀਲਾਈਜ਼ ਕਰ ਰਿਹਾ, ਕੋਈ ਪਾਣੀ ਯੂਟੀਲਾਈਜ਼ ਕਰ ਰਿਹਾ ਹੈਗਾ, ਠੀਕ ਹੈ, ਉਹਨੂੰ ਰੋਕਦੇ ਨੇ। ਅਜਿਹੀ ਜਿਹੜੀ ਅਸੈਂਬਲੀ ਹੈਗੀ ਹੈ ਤਾਂ ਉਸਨੂੰ ਅਸੀਂ ਅਨਲਾਫੁਲ ਅਸੈਂਬਲੀ ਕਹਿੰਦੇ ਆ। ਬਾਈ ਮੀਨਸ ਆਫ ਕ੍ਰਿਮੀਨਲ ਫੋਰਸ ਟੂ ਕੰਪੈਲ ਐਨੀ ਪਰਸਨ ਟੂ ਡੂ ਵਾਟ ਹੀ ਇਜ਼ ਨਾਟ ਲੀਗਲੀ ਬਾਉਂਡ ਟੂ ਡੂ, ਕੋਈ ਵਿਅਕਤੀ ਹੈਗਾ ਉਹ ਕਾਨੂੰਨੀ ਤੌਰ ਤੇ ਕੋਈ ਕੰਮ ਕਰਨਾ ਨਹੀਂ ਬਣਦਾ ਹੈਗਾ, ਉਹਨੂੰ ਕਹਿੰਦੇ ਨਹੀਂ ਕੰਮ ਇਹ ਤੂੰ ਕਰ, ਠੀਕ ਹੈ, ਔਰ ਟੂ omit ਟੂ ਡੂ, ਜਿਹੜਾ ਕੰਮ ਉਹਨੇ ਕਰਨਾ ਹੈਗਾ ਉਹਨੂੰ ਕਰਨ ਤੋਂ ਰੋਕਦੇ ਵੀ ਨਹੀਂ ਕਰਨਾ ਹੈਗਾ, ਠੀਕ ਹੈ। ਐਸੀ ਅਸੈਂਬਲੀ ਨੂੰ ਅਸੀਂ ਕੀ ਕਹਾਂਗੇ? ਮਤਲਬ ਅਨਲਾਫੁਲ ਅਸੈਂਬਲੀ ਕਹਾਂਗੇ, ਠੀਕ ਹੈ ਜੀ। ਐਨ ਅਸੈਂਬਲੀ which was not unlawful when it is assembled may subsequently become an unlawful assembly, ਮਤਲਬ ਇੱਥੇ ਇਹ ਕਿਹਾ ਗਿਆ ਹੈਗਾ ਜਦੋਂ ਕੋਈ ਅਸੈਂਬਲੀ ਇਕੱਠੀ ਹੁੰਦੀ ਹੈ ਪੀਸਫੁਲੀ ਕੋਈ ਮੁਜ਼ਾਹਰਾ ਕਰਨ ਦੀ ਖਾਤਰ, ਉਦੋਂ ਉਹ ਅਸੈਂਬਲੀ ਅਨਲਾਫੁਲ ਨਹੀਂ ਹੁੰਦੀ। ਜਿਵੇਂ ਕਿ ਹੁਣ ਅੱਜ ਕੱਲ੍ਹ ਧਰਨੇ ਮੁਜ਼ਾਹਰੇ ਵਗੈਰਾ ਚੱਲਦੇ ਆ, ਬੈਠ ਕੇ ਪੀਸਫੁਲੀ ਜਦੋਂ ਤੁਸੀਂ ਧਰਨਾ ਦੇਵੋਗੇ ਕਿਤੇ ਵੀ ਆਪਣਾ ਪੱਖ ਪੇਸ਼ ਕਰਨ ਦੀ ਖਾਤਰ ਜਾਂ ਆਪਣੀ ਡਿਮਾਂਡ ਦੀ ਖਾਤਰ, ਦੈਨ ਇਟ ਇਜ਼ ਅ ਪੀਸਫੁਲ ਅਸੈਂਬਲੀ ਹੈਗੀ ਹੈ, ਠੀਕ ਹੈ, ਉਹ ਲਾਫੁਲ ਅਸੈਂਬਲੀ ਹੁੰਦੀ ਹੈ। ਪਰ ਜਦੋਂ ਕ੍ਰਿਮੀਨਲ ਫੋਰਸ ਯੂਟੀਲਾਈਜ਼ ਕੀਤੀ ਜਾਂਦੀ ਹੈ ਤਾਂ ਜਿਹੜੀ ਉਹ ਅਸੈਂਬਲੀ ਹੈ ਉਹ ਅਨਲਾਫੁਲ ਬਣ ਜਾਂਦੀ ਹੈ, ਜਿਵੇਂ ਕਿ ਆਪਾਂ ਉੱਪਰ 5 ਪੁਆਇੰਟ ਜਿਹੜੇ ਹੈਗੇ ਆ ਪੜ੍ਹ ਕੇ ਗਏ ਹੈਗੇ। ਹੁਣ ਅੱਗੇ ਸੈਕਸ਼ਨ ਹੈ 142, ਬੀਇੰਗ ਮੈਂਬਰ ਆਫ ਅਨਲਾਫੁਲ ਅਸੈਂਬਲੀ। ਜੇ ਕੋਈ ਐਸੀ ਅਨਲਾਫੁਲ ਅਸੈਂਬਲੀ ਦਾ whoever being aware of facts which render any assembly an unlawful assembly intentionally joins that assembly or continues to it said to be member of unlawful assembly। ਦੇਖੋ ਜਿਹੜਾ ਵਿਅਕਤੀ ਇਹ ਜਾਣਦਾ ਹੈ, ਉਹਨੂੰ ਪਤਾ ਲੱਗ ਗਿਆ ਵੀ ਜਿਹੜੀ ਇਹ ਅਸੈਂਬਲੀ ਹੈ ਇਹ ਅਨਲਾਫੁਲ ਅਸੈਂਬਲੀ ਹੈ, ਫਿਰ ਵੀ ਉਹਦਾ ਮੈਂਬਰ ਬਣਿਆ ਰਹਿੰਦਾ ਹੈ, ਫਿਰ ਵੀ ਉਹ 'ਚ ਜੁੜਿਆ ਰਹਿੰਦਾ ਹੈ, ਠੀਕ ਹੈ, ਤਾਂ ਉਸ ਵਿਅਕਤੀ ਨੂੰ ਅਸੀਂ ਕਹਾਂਗੇ ਜਿਹਦਾ ਉਹ ਪਿੱਛੇ ਹਟ ਗਿਆ, ਜਦੋਂ ਤੱਕ ਉਹ ਅਸੈਂਬਲੀ ਸੀ ਲਾਫੁਲ ਸੀਗੀ, ਉਸ ਤੋਂ ਬਾਅਦ ਜਦੋਂ ਵੀ ਉਸਨੇ ਕ੍ਰਾਈਮ ਕਰਨਾ ਸ਼ੁਰੂ ਕੀਤਾ, ਕੋਈ ਕ੍ਰਿਮੀਨਲ ਫੋਰਸ ਯੂਟੀਲਾਈਜ਼ ਕਰਨੀ ਸ਼ੁਰੂ ਕੀਤੀ ਤਾਂ ਫਿਰ ਉਹ ਮੈਂਬਰ ਜਿਹੜਾ ਸਾਈਡ ਤੇ ਹੋ ਗਿਆ, ਮਤਲਬ ਵੱਖਰਾ ਚਲਾ ਗਿਆ। ਪਰ ਜੇਕਰ ਫਿਰ ਵੀ ਉਹ ਵਿੱਚ ਜੁੜਿਆ ਰਹਿੰਦਾ ਹੈ ਤਾਂ ਉਹ ਅਨਲਾਫੁਲ ਅਸੈਂਬਲੀ ਦਾ ਮੈਂਬਰ ਮੰਨਿਆ ਜਾਏਗਾ, ਠੀਕ ਹੈ ਜੀ। ਅਗਲਾ ਸੈਕਸ਼ਨ 143 ਹੈ, ਜਦੋਂ ਕੋਈ ਵਿਅਕਤੀ ਅਨਲਾਫੁਲ ਅਸੈਂਬਲੀ ਦਾ ਮੈਂਬਰ ਹੋਏਗਾ ਤਾਂ ਉਸ ਨੂੰ ਜਿਹੜੀ ਸਜ਼ਾ ਕਿੰਨੀ ਹੋ ਸਕਦੀ ਹੈ? 6 ਮਹੀਨੇ ਤੱਕ ਦੀ ਸਜ਼ਾ ਹੋ ਸਕਦੀ ਹੈ, ਤੇ ਫਾਈਨ ਵੀ ਕੀਤਾ ਜਾ ਸਕਦਾ ਹੈ, ਤੇ ਨਾਲ ਦੋਨੋਂ ਵੀ ਹੋ ਸਕਦੇ ਨੇ। Being a member of unlawful assembly, the person may be punished for 6 months or with fine
और विद द बोथ। ठीक है जी। नेक्स्ट आएगा सेक्शन 144 ज्वाइनिंग अनलॉफुल असेंबली आर्मड विद डेडली वेपन्स। ਜਦੋਂ ਕੋਈ ਵਿਅਕਤੀ ਡੈਡਲੀ ਵੈਪਨ ਲੈ ਕੇ ਕਿਸੇ ਅਨਲॉफुल ਅਸੈਂਬਲੀ ਦੇ ਵਿੱਚ ਜੁਆਇਨ ਕਰਦੇ ਹੈ, ਅਸੈਂਬਲੀ ਅਨਲॉफुल ਬਣ ਚੁੱਕੀ ਹੈ, ਠੀਕ ਹੈ, ਮੇਬੀ ਪਹਿਲਾਂ ਉਹ ਲਾਫੁਲ ਹੀ ਹੋਵੇ, ਪਰ ਹੁਣ ਜਦੋਂ ਕ੍ਰਿਮੀਨਲ ਫੋਰਸ ਯੂਟਿਲਾਈਜ਼ ਕਰਨੀ ਸ਼ੁਰੂ ਕਰ ਦਿੱਤੀ ਹੈ ਉਸ ਅਸੈਂਬਲੀ ਨੇ, ਇਕੱਠੇ ਹੋਏ ਲੋਕਾਂ ਨੇ, ਤਾਂ ਉਹ ਅਨਲॉफुल ਅਸੈਂਬਲੀ ਬਣ ਚੁੱਕੀ ਹੈ, ਪਰ ਉਹਨਾਂ ਕੋਲੇ ਆਰਮਡ ਅਸੈਂਬਲੀ ਆਰਮਡ ਵਿਦ ਡੈਡਲੀ ਵੈਪਨਸ, ਮਾਰੂ ਹਥਿਆਰ ਨੇ ਉਹਨਾਂ ਕੋਲੇ, ਤਲਵਾਰਾਂ ਨੇ, ਗੰਡਾਸੇ ਨੇ, ਰਾਈਫਲਾਂ ਨੇ, ਕੁਝ ਵੀ ਹੈਗਾ ਐਸਾ, ਠੀਕ ਹੈ, ਜਿਹਦੇ ਨਾਲ ਵਿਅਕਤੀ ਦੀ ਮੌਤ ਹੋ ਸਕਦੀ ਹੈ ਐਸੇ ਹਥਿਆਰ ਯੂਟਿਲਾਈਜ਼ ਕਰਨ ਦੇ ਨਾਲ, ਤਾਂ ਐਸਾ ਜਿਹੜਾ ਵਿਅਕਤੀ ਹੈਗਾ ਬੀ ਪੁਨਿਸ਼ਡ ਵਿਦ ਇੰਪ੍ਰਿਜ਼ਨਮੈਂਟ ਐਕਸਟੈਂਡ ਟੂ 2 ਇਅਰਸ। ਤਾਂ ਐਸੀ ਅਸੈਂਬਲੀ ਦਾ ਪਾਰਟ ਬਣਨਾ, ਠੀਕ ਹੈ, ਐਸੀ ਅਸੈਂਬਲੀ ਦਾ ਪਾਰਟ ਬਣਨਾ, ਬੇਸ਼ੱਕ ਅਫੈਂਸ ਹੋਇਆ ਬੇਸ਼ੱਕ ਨਹੀਂ ਹੋਇਆ, ਠੀਕ ਹੈ, ਜੇ ਅਫੈਂਸ ਹੋ ਗਿਆ ਫਿਰ ਤਾਂ ਸਜ਼ਾ ਵੱਖਰੀ ਬਦਲ ਜਾਏਗੀ, ਪਰ ਐਸੀ ਅਸੈਂਬਲੀ ਦਾ ਪਾਰਟ ਬਣਨਾ, ਜੁਆਇਨਿੰਗ ਐਸੀ ਅਸੈਂਬਲੀ ਦਾ ਪਾਰਟ ਬਣਨਾ, ਜਿਹੜੀ ਸਜ਼ਾ ਹੈਗੀ ਹੈ ਉਸ ਮੈਂਬਰ ਨੂੰ 2 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ, ਜੁਰਮਾਨਾ ਵੀ ਹੋ ਸਕਦਾ ਹੈ, ਦੋਨੋਂ ਵੀ ਹੋ ਸਕਦੇ ਨੇ। ਜੁਆਇਨ ਕਰਨਾ ਐਸੀ ਅਸੈਂਬਲੀ ਨੂੰ, ਠੀਕ ਹੈ। ਨੈਕਸਟ 145 joining or continuing in unlawful assembly knowing it has been commanded to disperse। ਸੈਕਸ਼ਨ 145 ਕੀ ਕਹਿੰਦਾ ਹੈ? ਐਸੀ ਅਸੈਂਬਲੀ ਨੂੰ ਜੁਆਇਨ ਕਰਨਾ ਜਿਸ ਨੂੰ ਕਿਸੇ ਅਧਿਕਾਰੀ ਨੇ, ਕਿਸੇ ਮੈਜਿਸਟ੍ਰੇਟ ਨੇ ਜਾਂ ਕਿਸੇ ਪੁਲਿਸ ਆਫੀਸਰ ਨੇ ਡਿਸਪਰਸ ਕਰਨ ਦੇ ਲਈ ਆਰਡਰ ਕਰ ਦਿੱਤੇ ਹੋਣ ਵੀ ਤੁਸੀਂ ਇੱਥੋਂ ਖਿੰਡ ਜਾਓ, ਨਹੀਂ ਤੁਹਾਡੇ ਖਿਲਾਫ ਕਾਰਵਾਈ ਕੀਤੀ ਜਾਵੇਗੀ, ਠੀਕ ਹੈ, ਡਿਸਪਰਸ ਹੋ ਜਾਓ, ਇੱਥੋਂ ਇਸ ਜਗ੍ਹਾ ਨੂੰ ਖਾਲੀ ਕਰ ਦਿਓ ਤੇ ਤੁਸੀਂ ਜਿਹੜੀ ਇਹ ਅਸੈਂਬਲੀ ਹੈ ਇਹਨੂੰ ਖਤਮ ਕਰ ਦਿਓ, ਤੇ ਨਹੀਂ ਤਾਂ ਤੁਹਾਡੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਫਿਰ ਵੀ ਇਹ ਜਾਣਦੇ ਹੋਏ ਵੀ ਜਦੋਂ ਕੋਈ ਵਿਅਕਤੀ ਉਸ ਅਸੈਂਬਲੀ ਦਾ ਇਹ ਜਾਣਦੇ ਹੋਏ ਵੀ ਡਿਸਪਰਸਮੈਂਟ ਦੇ ਆਰਡਰ ਹੋ ਚੁੱਕੇ ਹੈ, ਡਿਸਪਰਸ ਹੋਣ ਦੇ ਆਰਡਰ ਹੋ ਚੁੱਕੇ ਹੈ ਕਿਸੇ ਪੁਲਿਸ ਆਫੀਸਰ ਵੱਲੋਂ ਜਾਂ ਕਿਸੇ ਮੈਜਿਸਟ੍ਰੇਟ ਵੱਲੋਂ, ਐਗਜ਼ੈਕਟਿਵ ਮੈਜਿਸਟ੍ਰੇਟ ਵੱਲੋਂ, ਫਿਰ ਵੀ ਉਹਦਾ ਪਾਰਟ ਬਣਿਆ ਰਹਿੰਦਾ ਹੈ, ਕੋਈ ਵਿਅਕਤੀ ਉਸ ਅਸੈਂਬਲੀ ਦਾ ਪਾਰਟ ਬਣਿਆ ਰਹਿੰਦਾ ਹੈ, ਠੀਕ ਹੈ, ਬਾਹਰ ਹੋ ਗਿਆ, ਅਲੱਗ ਤੌਰ ਤੇ ਨਹੀਂ ਬਾਹਰ ਜਾਂਦਾ ਹੈਗਾ, ਤਦ ਉਹ ਜਿਹੜਾ ਵਿਅਕਤੀ ਹੈਗਾ ਉਸ ਨੂੰ 2 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਤੇ ਉਸ ਨੂੰ ਜੁਰਮਾਨਾ ਵੀ ਹੋ ਸਕਦਾ ਹੈ, ਉਹਨੂੰ ਦੋਨੋਂ ਵੀ ਹੋ ਸਕਦੇ ਨੇ, ਬੇਸ਼ੱਕ ਅਫੈਂਸ ਕਮਿਟ ਹੋਇਆ ਬੇਸ਼ੱਕ ਅਫੈਂਸ ਕਮਿਟ ਨਹੀਂ ਹੋਇਆ, ਠੀਕ ਹੈ। ਹੀ ਮੇ ਬੀ ਪੁਨਿਸ਼ੇਬਲ with imprisonment of 2 years plus with fine or with both। next है section 146 राइटिंग, दंगे फसाद करने whenever force or violence is used by an unlawful assembly। ਜਦੋਂ ਇਹ ਜਿਹੜੀ ਅਸੈਂਬਲੀ ਸੀ ਅਨਲਾਫੁਲ ਅਸੈਂਬਲੀ ਸੀ, ਗੈਰ ਕਾਨੂੰਨੀ ਅਸੈਂਬਲੀ ਜਦੋਂ ਯੂਜ਼ ਕਰਦੀ ਹੈ, ਵਾਇਲੈਂਸ ਯੂਜ਼ ਕਰਦੀ ਹੈ, ਠੀਕ ਹੈ, ਦੰਗੇ ਫੈਲਾਉਂਦੀ ਹੈ, ਅੱਗ ਸਾੜ ਫੂਕ, ਸਰਕਾਰੀ ਪ੍ਰਾਪਰਟੀ ਨੂੰ ਮਤਲਬ ਕਿ ਅੱਗ ਲਾ ਦੇਣਾ, ਠੀਕ ਹੈ ਜੀ, ਤੋੜ ਭੰਨ ਕਰਨੀ, ਜਦੋਂ ਐਸੀ ਇਹ ਅਸੈਂਬਲੀ ਇਦਾਂ ਦੇ ਕੰਮ ਕਰਦੀ ਹੈ ਤਾਂ ਇਸ ਨੂੰ ਅਸੀਂ ਰਾਈਟਿੰਗ ਕਹਿੰਦੇ ਆ, ਦੰਗੇ ਕਹਿੰਦੇ ਆ, ਦੰਗਾ ਫੈਲਾਉਂਦੀ ਹੈ। ਔਰ ਬਾਈ ਐਨੀ ਮੈਂਬਰ ਦੇ ਆਰ ਆਫ ਇਨ ਪ੍ਰੋਸੀਕਿਊਸ਼ਨ ਆਫ ਦਾ ਕਾਮਨ ਆਬਜੈਕਟ, ਇੱਕ ਆਬਜੈਕਟ ਸੀ, ਸਾਰਿਆਂ ਦੀ ਮਨਸ਼ਾ ਕਿਸੇ ਵੀ ਆਪਾਂ ਕੰਮ ਕਰਨਾ ਹੈਗਾ, ਠੀਕ ਹੈ। ਐਵਰੀ ਮੈਂਬਰ ਆਫ ਸੱਚ ਅਸੈਂਬਲੀ ਇਜ਼ ਗਿਲਟੀ ਆਫ ਐਨ ਅਫੈਂਸ ਆਫ ਰਾਈਟਿੰਗ। ਤਾਂ ਐਸੀ ਅਸੈਂਬਲੀ ਨੂੰ, ਐਸੀ ਅਸੈਂਬਲੀ ਦੇ ਜਿਹੜੇ ਮੈਂਬਰ ਨੇ ਉਹਨਾਂ ਦੇ ਉੱਪਰ ਰਾਈਟਿੰਗ ਦੀ ਜਿਹੜੀ ਸਜ਼ਾ ਹੈਗੀ ਹੈ, ਰਾਈਟਿੰਗ ਦਾ ਦੋਸ਼ ਲੱਗੇਗਾ ਵੀ ਤੁਸੀਂ ਜਿਹੜੇ ਮੈਂਬਰ ਹੋ, ਕਾਹਦੇ ਮੈਂਬਰ ਹੋ, ਤੁਸੀਂ ਰਾਈਟ ਕਮਿਟ ਕੀਤਾ ਹੈ, ਤੁਸੀਂ ਦੰਗਾ ਫਸਾਦ ਕੀਤਾ ਹੈਗਾ, ਠੀਕ ਹੈ, ਦੰਗਾ ਫਸਾਦ ਕੀਤਾ ਹੈ। ਦੰਗਾ ਫਸਾਦ ਕਰਨ ਵਾਲੀ ਜਿਹੜੀ, ਜੇ ਕੋਈ ਦੰਗੇ ਫਸਾਦ ਕਰਦੀ ਹੈ ਐਸੀ ਅਸੈਂਬਲੀ, ਉਹਦੇ ਜਿਹੜੇ ਮੈਂਬਰ ਹੈਗੇ ਆ, ਠੀਕ ਹੈ, ਤਾਂ ਉਹਨੂੰ ਸਜ਼ਾ ਕਿੰਨੀ ਹੋਏਗੀ? ਸੈਕਸ਼ਨ 147 ਦੇ ਵਿੱਚ ਉਹਨੂੰ ਜਿਹੜੀ ਸਜ਼ਾ ਹੋ ਸਕਦੀ ਹੈ 2 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ, ਜਾਂ ਜੁਰਮਾਨਾ ਹੋ ਸਕਦਾ ਹੈ, ਜਾਂ ਦੋਨੋਂ ਵੀ ਹੋ ਸਕਦੇ ਹੈ। ਜਿਵੇਂ ਕਿ ਡੈਡਲੀ ਵੈਪਨ ਲੈ ਕੇ ਕੋਈ ਅਸੈਂਬਲੀ ਦਾ ਪਾਰਟ ਬਣਦਾ ਹੈ, ਉਹਨੂੰ 2 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਸੇਮ ਹੀ ਜੇ ਕੋਈ ਰਾਈਟਿੰਗ ਕਰਦਾ ਹੈਗਾ, ਦੰਗੇ ਫਸਾਦ ਜਦੋਂ ਕਰਦੀ ਹੈ ਉਹ ਜਿਹੜੀ ਮਤਲਬ ਕਿ ਅਨਲਾਫੁਲ ਅਸੈਂਬਲੀ ਹੈ, ਤਾਂ ਉਹਨੂੰ ਵੀ ਜਿਹੜੀ ਸਜ਼ਾ ਹੈ 2 ਸਾਲ ਤੱਕ ਦੀ ਹੋ ਸਕਦੀ ਹੈ 147 ਦੇ ਵਿੱਚ। ਨੈਕਸਟ ਹੈ ਸੈਕਸ਼ਨ 148 ਰਾਈਟਿੰਗ ਆਰਮਡ ਵਿਦ ਡੈਡਲੀ ਵੈਪਨ। ਜਦੋਂ ਦੰਗੇ ਫਸਾਦ ਕੀਤੇ ਜਾਂਦੇ ਨੇ ਐਸੀ ਅਸੈਂਬਲੀ ਵੱਲੋਂ,
ਮਾਰੂ ਹਥਿਆਰ ਲੈ ਕੇ ਕੀਤੇ ਜਾਂਦੇ ਨੇ, ਡੈਡਲੀ ਵੈਪਨ ਲੈ ਕੇ ਕੀਤੇ ਜਾਂਦੇ ਨੇ, ਠੀਕ ਹੈ, ਤਲਵਾਰਾਂ ਗੰਡਾਸੇ ਵਗੈਰਾ, ਠੀਕ ਹੈ, ਲੈ ਕੇ ਦੰਗੇ ਕੀਤੇ ਜਾਂਦੇ ਨੇ। ਤਾਂ ਐਸੇ ਦੰਗਿਆਂ ਦੇ ਨਾਲ ਕਿਸੇ ਵਿਅਕਤੀ ਦੀ ਮੌਤ ਵੀ ਹੋ ਸਕਦੀ ਹੋਵੇ। Whoever is guilty of writing, being armed with a deadly weapon or with anything which choose as a weapon of offense is likely to cause death। ਕਿਸੇ ਵਿਅਕਤੀ ਦੀ ਮੌਤ ਵੀ ਹੋ ਸਕਦੀ ਹੋਵੇ ਐਸੇ ਹਥਿਆਰ ਹੋਣ ਉਹਨਾਂ ਦੇ ਪਾਸ। shall be punished with imprisonment of either destruction or a term which may extend to 3 years or with fine। ਠੀਕ ਹੈ, 3 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਤੇ ਜੁਰਮਾਨਾ ਵੀ ਹੋ ਸਕਦਾ ਹੈ ਤੇ ਦੋਨੋਂ ਵੀ ਹੋ ਸਕਦੇ ਨੇ ਜਦੋਂ ਕੋਈ ਰਾਈਟਿੰਗ ਕਰਦਾ ਹੋਵੇ, ਕੋਈ ਦੰਗੇ ਕਰਦਾ ਹੋਵੇ ਮਾਰੂ ਹਥਿਆਰ ਲੈ ਕੇ। page 149 सेक्शन 149 इच की क्या है जी, एवरी मेंबर ऑफ अनलॉफुल असेंबली गिल्टी ऑफ ऑफेंस कमिटेड इन प्रोसिक्यूशन ऑफ कॉमन ऑब्जेक्ट। कॉमन ऑब्जेक्ट सीगा सारी असेंबली का भी सी आ काम करना हैगा, आ ऑफेंस कमिट करना है, फलानी बिल्डिंग में अग लानी है, ये करना है, वो करना है, जो भी उन्होंने कॉमन ऑब्जेक्ट सीगा। इफ एन ऑफेंस इज कमिटेड, देखो ऊपर कोई ऑफेंस नहीं कमिट किया गया 148 तक, 148 तक का बीइंग ए मैंबर ऑफ द असेंबली, ठीक है। इत्थे आ गया 149 दे विच, इफ एन ऑफेंस इज कमिटेड बाय एनी मैंबर ऑफ एन अनलॉफुल असेंबली इन प्रोसिक्यूशन ऑफ द कॉमन ऑब्जेक्ट ऑफ दैट असेंबली। उस असेंबली का कॉमन ऑब्जेक्ट सीगा, उस कॉमन ऑब्जेक्ट के मुताबिक जिहड़ा हैगा ऑफेंस कमिट हो गया और सच एज द मैंबर ऑफ दैट असेंबली उन्होंने पता सी भी असीं की करन जा रहे हैं। एवरी परसन हू एट द टाइम ऑफ द कमिटिंग ऑफ दैट ऑफेंस इज ए मैंबर ऑफ द सेम असेंबली इज गिल्टी ऑफ दैट ऑफेंस। जिहड़ा भी ऑफेंस कमिट होया, ठीक है, जिन्ने उस असेंबली के मैंबर हैगे है सारे सारे उस ऑफेंस के लिए गिल्टी होंगे। मतलब ऑफेंस चाहे एक बंदे ने किया, चाहे 2 ने किया, चाहे 3 ने किया, पर कॉमन ऑब्जेक्ट सारिਆਂ ਦਾ ਇੱਕ ਸੀਗਾ। इस करके जिन्ने भी मैंबर उसके असेंबली के मैंबर हैगे आ, चाहे वो 10 ने, चाहे वो 20 ने, चाहे 30 ने, ठीक है, सारे सारे मैंबर उस ऑफेंस के लिए गिल्टी होंगे जो ऑफेंस कमिट हो चुके, ठीक है। ऐसे every person who at the time of committing that offense is a member of the same assembly is guilty of that offense, उन्हें गिल्टी बनाया जाएगा। नेक्स्ट सेक्शन है 150। 150 का सेक्शन की हैगा हायरिंग। दंगे फसाद करने की खातर कई बार की होंगे ने कुछ लोग जिहड़े गलत अंसर होंगे हैगे है, वो हायरिंग करते हैं लोगों को, ठीक है, यानी कि किराए ते लै लैंदे ने, दिहाड़ी ते लै लैंदे ने भी चलो आपां आ काम करना हैगा, ठीक है। हायरिंग और कन्वीइंग एट हायरिंग ऑफ पर्सनस टू ज्वाइन अनलॉफुल असेंबली। अनलॉफुल असेंबली का पार्ट बनाने की खातर जो कोई व्यक्ति कुछ व्यक्तियों को हायर करता हैगा, पैसे दे के लैके आंदा है, ठीक है, तो जिहड़ा वो व्यक्ति जिहड़ा हायर करता है शैल बी पुनिशेबल एज ए मैंबर ऑफ अनलॉफुल असेंबली। उस अनलॉफुल असेंबली का वो मालक वो मनाया जाएगा, जिहड़ा मैंबर मनाया जाएगा, बेशक वो कितने दूर बैठ के ये काम कर रहा हैगा। अनलॉफुल असेंबली लिए बंदे को हायर कर रहा है, हायर कर करके भेज रहा है किसी पर्टिकुलर जगह पर जिथे वो जी असेंबली इकट्ठी हुई भी है, बेशक उत्थे भेज रहा हैगा, पर मे बी वो दूर बैठा है, बट ही हैज टू बी प्रज्यूम्ड द मैंबर ऑफ द अनलॉफुल असेंबली। जो अनलॉफुल असेंबली जुर्म करती है, जो कमिट करती है, ऑफेंस कमिट करती है, उस वो भी उस जिहड़ा सजा दा हैगा मतलब कि पुनिशेबल होएगा। जिवें उस जिहड़ी असेंबली है उहदे जिहड़े मैंबर ने उन्होंने सजा होएगी तो उन्होंने भी सजा उसी तरीके होएगी। नेक्स्ट है सेक्शन 151, knowingly joining or continuing in assembly of 5 or more persons after it has been commanded to disperse। जानते हुए किसी असेंबली का मैंबर रहना, आप ऊपर भी पढ़िया सी पहला
ਇੱਥੇ ਥੋੜਾ ਜਿਹਾ ਫਰਕ ਆਏਗਾ ਇਹਦੇ ਵਿੱਚ। ਜਾਣਦੇ ਹੋਏ ਕਿਸੇ ਅਨਲॉफुल ਅਸੈਂਬਲੀ ਦਾ ਮੈਂਬਰ ਰਹਿਣਾ, ਬਣਿਆ ਰਹਿਣਾ, ਜਦੋਂ ਕਿ ਇਹ ਆਰਡਰ ਵੀ ਹੋ ਚੁੱਕਿਆ ਹੋਵੇ, ਡਿਸਪਰਸ ਕਰਨ ਦਾ ਆਰਡਰ ਵੀ ਹੋ ਚੁੱਕਿਆ ਹੋਵੇ ਵੀ ਜਿਹੜੀ ਅਸੈਂਬਲੀ ਹੈ ਇਹ ਅਨਲॉफुल ਅਸੈਂਬਲੀ ਹੈ, ਠੀਕ ਹੈ, ਇਸ ਨੂੰ ਇਥੋਂ ਡਿਸਪਰਸ ਹੋ ਜਾਣਾ ਚਾਹੀਦਾ ਹੈਗਾ, ਨਹੀਂ ਤਾਂ ਕਾਨੂੰਨ ਦੇ ਮੁਤਾਬਕ ਕਾਰਵਾਈ ਕੀਤੀ ਜਾਵੇਗੀ, ਠੀਕ ਹੈ। ਫਿਰ ਵੀ ਕੋਈ ਬੰਦਾ ਜਿਹੜਾ ਹੈਗਾ, ਕੋਈ ਮੈਂਬਰ, ਕੋਈ ਵਿਅਕਤੀ ਜਿਹੜਾ ਹੈਗਾ ਉਸ ਅਸੈਂਬਲੀ ਦੇ ਵਿੱਚ ਪਾਰਟਿਸਿਪੇਟ ਕਰੇ, ਠੀਕ ਹੈ, shall be punished with imprisonment of either description for a term which may extend to 6 months। ਤਾਂ ਉਹਨੂੰ ਜਿਹੜੀ ਸਜ਼ਾ ਹੈਗੀ ਹੈ 6 ਮਹੀਨੇ ਤੱਕ ਦੀ ਹੋ ਸਕਦੀ ਹੈ, ਔਰ ਵਿਦ ਫਾਈਨ ਔਰ ਵਿਦ ਬੋਥ, ਦੋਨੋਂ ਵੀ ਹੋ ਸਕਦੇ ਨੇ, ਫਾਈਨ ਵੀ ਹੋ ਸਕਦਾ ਹੈ, ਦੋਨੋਂ ਵੀ ਹੋ ਸਕਦਾ ਹੈ। If the assembly is an unlawful assembly within the meaning of section 141, the offender will be punishable under section 145। ਤਾਂ ਉਹਨੂੰ 145 ਦੇ ਤਹਿਤ ਜਿਹੜੀ ਹੈਗੀ ਹੈ ਸਜ਼ਾ ਹੋਈ। ਨੈਕਸਟ ਹੈ section 152, assaulting or obstructing public servant when suppressing right etc। ਜਦੋਂ ਕੋਈ ਪੁਲਿਸ ਆਫੀਸਰ ਜਾਂ ਡਿਊਟੀ ਦੇਣ ਵਾਲੇ ਵਿਅਕਤੀ ਕੋਈ ਵੀ ਹੋ ਸਕਦੇ ਨੇ, ਜਦੋਂ ਕਿਸੇ ਰਾਈਟ ਨੂੰ ਦਬਾਉਣ ਦੀ ਖਾਤਰ, ਠੀਕ ਹੈ, ਦੰਗੇ ਫਸਾਦ ਹੋ ਰਹੇ ਨੇ, ਉਹਨਾਂ ਨੂੰ ਰੋਕਣ ਦੀ ਖਾਤਰ ਕੋਈ ਕਾਰਵਾਈ ਕਰਦੇ ਨੇ, ਤੇ ਉਹਨਾਂ ਦੇ ਉੱਪਰ ਕੋਈ ਅਸਾਲਟਿੰਗ ਕਰਦਾ ਹੈ, ਉਹਨਾਂ ਉੱਪਰ ਕੋਈ ਹਮਲਾ ਕਰਦਾ ਹੈ, ਜਾਂ ਉਹਨਾਂ ਨੂੰ ਕੋਈ ਰੋਕਦਾ ਹੈਗਾ, ਉਸ ਪਬਲਿਕ ਸਰਵੈਂਟ ਨੂੰ ਕੋਈ ਵਿਅਕਤੀ, ਉਸ ਜਿਹੜੀ ਭੀੜ ਹੈਗੀ ਹੈ ਉਹਦੇ ਵਿੱਚੋਂ ਕੋਈ ਵਿਅਕਤੀ ਜਾਂ ਕੋਈ ਹੋਰ ਵਿਅਕਤੀ ਉਹਨੂੰ ਰੋਕਦਾ ਹੈਗਾ, ਦੰਗੇ ਫਸਾਦ ਹੋਣ ਤੋਂ ਰੋਕਣ ਦੇ ਜਿਹੜੇ ਆਫੀਸਰਸ ਹੈਗੇ ਨੇ ਉਹਨਾਂ ਉੱਪਰ ਹਮਲਾ ਕਰਦਾ ਹੈ, ਉਹਨਾਂ ਨੂੰ ਰੋਕਦਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ, ਤਾਂ ਕੀ ਹੋਏਗਾ, ਉਸ ਜਿਹੜਾ ਵਿਅਕਤੀ ਹੈਗਾ ਜਿਹੜਾ ਰੋਕਦਾ ਹੈ shall be punished with imprisonment of either description for a term which may extend to 3 years। ਪੁਲਿਸ ਅਧਿਕਾਰੀ ਦੇ ਕੰਮ ਦੇ ਵਿੱਚ ਰੁਕਾਵਟ ਪਾਉਂਦਾ ਹੈ, ਠੀਕ ਹੈ ਜੀ, ਤਾਂ ਉਹਨੂੰ ਜਿਹੜੀ ਸਜ਼ਾ ਹੈਗੀ ਹੈ 3 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ, ਤੇ ਜੁਰਮਾਨਾ ਵੀ ਹੋ ਸਕਦਾ ਹੈ, ਦੋਨੋਂ ਵੀ ਹੋ ਸਕਦੇ। Next is section 153, wantonly giving provocation with the intent to cause riot। ਦੰਗੇ ਫਸਾਦ ਕਰਨ ਦੀ ਖਾਤਰ ਕੋਈ ਵਿਅਕਤੀ ਪ੍ਰਵੋਕ ਕਰਦਾ ਹੈ, ਉਕਸਾਉਂਦਾ ਲੋਕਾਂ ਨੂੰ, ਠੀਕ ਹੈ ਜੀ, ਮਨਸ਼ਾ ਕੀ ਹੈ ਉਹਦੀ ਵੀ ਦੰਗੇ ਫੈਲਣ, ਪ੍ਰਵੋਕ ਜਨਤਾ ਨੂੰ, ਆਮ ਪਬਲਿਕ ਨੂੰ, ਜਿਹੜੇ ਉਹਦੇ ਅਸੈਂਬਲੀ ਅਨਲॉफुल ਅਸੈਂਬਲੀ ਜਿਹੜੇ ਮੈਂਬਰ ਨੇ ਉਹਨਾਂ ਨੂੰ ਪ੍ਰਵੋਕ ਕਰਦਾ ਹੈ, ਚਾਹੇ ਉਹ ਸੋਸ਼ਲ ਮੀਡੀਆ ਰਾਹੀਂ ਕਰਦਾ ਹੈ, ਚਾਹੇ ਉਹ ਮੌਕੇ ਤੇ ਕਰਦਾ ਹੈ, ਜਿਸ ਵੀ ਤਰੀਕੇ ਰਾਹੀਂ ਕਰਦਾ ਹੈਗਾ, ਪ੍ਰਵੋਕ ਕਰਦਾ ਹੈ ਵਿਅਕਤੀਆਂ ਨੂੰ ਦੰਗਾ, ਤਾਂ ਕਿ ਦੰਗਾ ਫੈਲੇ। ਇਸ ਕਰਕੇ ਇਫ ਰਾਈਟਿੰਗ ਵੀ ਕਮਿਟਡ, ਜੇ ਦੰਗੇ ਫੈਲ ਜਾਂਦੇ ਨੇ ਤਾਂ ਸਜ਼ਾ ਹੋਰ ਹੈ, ਜੇ ਦੰਗੇ ਨਹੀਂ ਫੈਲਦੇ ਤਾਂ ਸਜ਼ਾ ਹੋਰ ਹੈ। ਜੇਕਰ ਦੰਗਾ ਫੈਲਦਾ ਹੈ ਉਹਦੇ ਪ੍ਰਵੋਕ ਕਰਨ ਦੇ ਨਾਲ, ਤਾਂ ਉਸ ਵਿਅਕਤੀ ਨੂੰ ਜਿਹੜਾ ਪ੍ਰਵੋਕ ਕਰਦਾ ਹੈ ਉਹਨੂੰ 1 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ, ਤੇ ਫਾਈਨ ਵੀ ਹੋ ਸਕਦਾ ਹੈ, ਜਾਂ ਦੋਨੋਂ ਵੀ ਹੋ ਸਕਦੇ ਨੇ। ਜੇਕਰ ਦੰਗੇ ਨਹੀਂ ਫੈਲਦੇ ਪਰ ਉਹ ਪ੍ਰਵੋਕੇਟ ਕਰਦਾ ਹੈ, ਲੋਕਾਂ ਨੂੰ ਉਕਸਾਉਂਦਾ ਹੈਗਾ ਕਿਸੇ ਵੀ ਤਰੀਕੇ ਦੇ ਨਾਲ, ਧਰਮ ਦੇ ਨਾਂ ਤੇ, ਜਾਤ ਦੇ ਨਾਂ ਤੇ, ਕਿਸੇ ਵੀ ਢੰਗ ਤਰੀਕੇ ਦੇ ਨਾਲ ਉਕਸਾਉਂਦਾ ਹੈਗਾ ਲੋਕਾਂ ਨੂੰ, ਪਰ ਉਹ ਫਿਰ ਵੀ ਲੋਕ ਜਿਹੜੇ ਹੈਗੇ ਹੈ ਕੋਈ ਦੰਗਾ ਫਸਾਦ ਨਹੀਂ ਕਰਦੇ, ਤਾਂ ਵੀ ਜਿਹੜਾ ਵਿਅਕਤੀ ਹੈਗਾ ਜਿਹੜਾ ਫਸਾ ਰਿਹਾ ਹੈਗਾ ਉਹ ਸੈਕਸ਼ਨ 153 ਦੇ ਤਹਿਤ 6 ਮਹੀਨੇ ਤੱਕ ਦੀ ਸਜ਼ਾ ਹੋ ਸਕਦੀ ਹੈ, ਜੁਰਮਾਨਾ ਵੀ ਹੋ ਸਕਦਾ ਹੈ, ਜਾਂ ਫਿਰ ਦੋਨੋਂ ਵੀ ਹੋ ਸਕਦਾ ਹੈ। ਨੈਕਸਟ ਹੈ ਸੈਕਸ਼ਨ 153A। promoting enmity between different groups on the ground of religion। ਦੋ ਗਰੁੱਪਾਂ ਦੇ ਵਿੱਚ, ਪਬਲਿਕ ਦੇ ਦੋ ਗਰੁੱਪ ਨੇ, 2 ਜਾਂ 3 ਗਰੁੱਪ ਹੈਗੇ ਆ, ਉਹਨਾਂ ਦੇ ਵਿਚਕਾਰ ਡਿਫਰੈਂਸਸ ਕ੍ਰੀਏਟ ਕਰਦਾ ਹੈ। ਕਿਵੇਂ? ਧਰਮ ਦੇ ਨਾਮ ਤੇ, ਜਾਤ ਦੇ ਨਾਮ ਤੇ, ਜਨਮ ਸਥਾਨ ਦੇ ਨਾਮ ਤੇ, ਰਿਹਾਇਸ਼ ਦੇ ਨਾਮ ਤੇ, ਭਾਸ਼ਾ ਦੇ ਨਾਮ ਤੇ, ਠੀਕ ਹੈ, ਵੀ ਤੁਸੀਂ ਫਲਾਣੇ ਧਰਮ ਦੇ ਹੋ, ਤੁਸੀਂ ਫਲਾਣੇ ਧਰਮ ਦੇ ਹੋ, ਉਹ ਆਪਸ ਦੇ ਵਿੱਚ ਉਹਨਾਂ ਨੂੰ ਲੜਾਉਣ ਦੀ ਕੋਸ਼ਿਸ਼ ਕਰਦਾ ਹੈ। ਜਾਤ ਦੇ ਨਾਮ ਤੇ, ਕਾਲੇ ਗੋਰੇ ਦੇ ਨਾਮ ਤੇ, ਪਲੇਸ ਆਫ ਬਰਥ ਦੇ ਨਾਮ ਤੇ, ਤੁਸੀਂ ਇਹ ਤਾਂ ਉੱਥੇ ਦੀ ਪੈਦਾਇਸ਼ ਹੈ ਜੀ, ਇਹ ਤਾਂ ਪਾਕਿਸਤਾਨ ਦੇ ਜੰਮੇ, ਇਹਨਾਂ ਦਾ ਅਜੇ ਤੱਕ ਸ਼੍ਰੀਲੰਕਾ ਦੇ ਨੇ, ਫਲਾਣੇ ਨੇ, ਧਮਕੜੇ ਨੇ, ਠੀਕ ਹੈ, ਐਦਾਂ ਦੇ ਨਾਮ ਤੇ, ਧਰਮ ਦੇ ਨਾਮ ਤੇ, ਜਾਤ ਦੇ ਨਾਮ ਤੇ, ਪਲੇਸ ਆਫ ਬਰਥ ਦੇ ਨਾਮ ਤੇ, ਰੈਜ਼ੀਡੈਂਸ ਦੇ ਨਾਮ ਤੇ, ਠੀਕ ਹੈ, ਜਾਂ ਲੈਂਗੁਏਜ ਦੇ ਨਾਮ ਤੇ, ਇਹ ਹਿੰਦੀ ਬੋਲਦੇ ਆ, ਪੰਜਾਬੀ ਬੋਲਦੇ ਆ, ਇਹ ਤਾਮਿਲ ਬੋਲਦੇ ਆ, ਫਲਾਣੇ, ਐਸੇ ਕਿਸੇ ਵੀ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਡਿਫਰੈਂਸਿਸ ਕ੍ਰੀਏਟ ਕਰਦਾ ਹੈ।
डूइंग एक्ट्स टू मेंटेनेंस ऑफ हारमोनी, ठीक है, शांति भंग ਹੁੰਦੀ ਹੈ ਜਿਹਦੇ ਨਾਲ, ਕਿਵੇਂ, ਬਾय वर्ड्स आइदर स्पोकन और रिटन, ਜਾਂ ਤਾਂ ਕੋਈ ਬੋਲ ਕੇ ਜਾਂ ਕੋਈ ਲਿਖਤੀ ਪਰਚੇ ਇਸ਼ਤਿਹਾਰ ਵਗੈਰਾ ਲਗਾ ਕੇ ਜਾਂ ਇਸ਼ਾਰਿਆਂ ਦੇ ਨਾਲ ਕਿਸੇ ਵੀ ਢੰਗ ਤਰੀਕੇ ਦੇ ਨਾਲ, ਯਾਨੀ ਕਿ ਉਹ ਐਦਾਂ ਦੀ ਗੱਲ ਕਰਦਾ ਜਿਹਦੇ ਨਾਲ ਦੋ ਗਰੁੱਪਾਂ ਦੇ ਵਿੱਚ ਦੋ ਜਥੇਬੰਦੀਆਂ ਹੋਣ, ਚਾਹੇ ਦੋ ਧਾਰਮਿਕ ਗਰੁੱਪ ਹੋਣ ਜਾਂ ਅਲੱਗ-ਅਲੱਗ ਪ੍ਰਸ਼ਾਸਨ ਕਰਨ ਵਾਲੇ ਦੋ ਗਰੁੱਪ ਹੋਣ, ਉਹਨਾਂ ਦੇ ਵਿੱਚ ਜਿਹੜੇ ਹੈਗੀ ਆ ਸ਼ਾਂਤੀ ਭੰਗ ਹੋ ਜਾਵੇ, ਜਾਂ ਫਿਰ ਕੋਈ ਐਸਾ ਐਕਟ ਕਰਦਾ ਹੈ, ਕਮਿਟਸ ਐਨੀ ਐਕਟ, ਕੋਈ ਐਸਾ ਕੰਮਕਾਰ ਕਰ ਦਿੰਦਾ ਹੈ ਧਰਮ ਦੇ ਨਾਂ ਤੇ, ਜਾਤ ਦੇ ਨਾਂ ਤੇ ਲੋਕਾਂ ਦੇ ਵਿੱਚ ਡਿਫਰੈਂਸਿਸ ਕ੍ਰੀਏਟ ਹੋ ਜਾਂਦਾ ਹੈ, ਜਾਂ ਫਿਰ ਕੋਈ ਐਸੀ ਕਾਰਵਾਈ ਕਰਦਾ ਹੈ, ਕੋਈ ਟ੍ਰੇਨਿੰਗ ਦਿੰਦਾ ਹੈ, ऑर्गेनाइज करता है कोई, ठीक है, कोई ऑर्गेनाइज करता है, कोई मूवमेंट चलाता है, कोई ड्रिल करता है, ड्रिल मतलब कि कोई ट्रेनिंग दिंदा कुछ व्यक्तियों ਨੂੰ ਜਿਹੜੇ मतलब कि वायलेंस क्रिएट कर सकन, क्रिमिनल फोर्स यूज कर सकन, वायलेंस क्रिएट कर सकन ਦੋ ਗਰੁੱਪਾਂ ਦੇ ਵਿੱਚ, ਇਦਾਂ ਦੀ ਟ੍ਰੇਨਿੰਗ ਦੇਣ ਦਾ ਕੋਈ ਕੰਮ ਕਰਦਾ ਹੈਗਾ। ਇਸ ਤੋਂ ਇਹ ਸਾਬਤ ਹੁੰਦਾ ਹੈਗਾ, ਪਤਾ ਲੱਗੇਗਾ ਵੀ ਇਹ ਜਿਹੜੇ ਦੋ ਰੀਜਨਲ ਗਰੁੱਪ ਹੈਗੇ ਆ ਉਹਨਾਂ ਨੂੰ ਇਹ ਟ੍ਰੇਨਿੰਗ ਦੇ ਰਿਹਾ ਹੈਗਾ, ਇੱਕ ਗਰੁੱਪ ਨੂੰ ਟ੍ਰੇਨਿੰਗ ਦੇ ਰਿਹਾ ਤਾਂ ਕਿ ਦੂਜਾ ਗਰੁੱਪ ਤੇ ਜਾ ਕੇ ਇਹ ਕ੍ਰਿਮੀਨਲ ਫੋਰਸ ਯੂਜ਼ ਕਰਨ ਤੇ ਦੋ ਜਿਹੜੇ ਗਰੁੱਪ ਨੇ ਉਹਨਾਂ ਵਿੱਚ ਲੜਾਈ ਝਗੜਾ ਪੈਦਾ ਹੋਵੇ, ਇਦਾਂ ਦੇ ਕੰਮ ਕਰਦਾ ਹੈਗਾ, ਤਾਂ ਉਹ ਜਿਹੜਾ ਵਿਅਕਤੀ ਹੈਗਾ ਜਿਹੜਾ ਐਸੀ ਕੋਈ ਕਾਰਵਾਈ ਕਰਦਾ ਹੈ, ਉਸ ਵਿਅਕਤੀ ਨੂੰ ਜਿਹੜੀ ਸਜ਼ਾ ਹੋ ਸਕਦੀ ਹੈ 3 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ, ਠੀਕ ਹੈ, ਜਾਂ ਜੁਰਮਾਨਾ ਵੀ ਹੋ ਸਕਦਾ ਹੈ ਜਾਂ ਦੋਨੋਂ ਵੀ ਹੋ ਸਕਦੇ ਨੇ। ਪਰ ਜੇਕਰ ਐਸਾ ਜਿਹੜਾ ਕੀਤਾ ਗਿਆ ਕੰਮ ਹੈ ਉਸ ਵਿਅਕਤੀ ਵੱਲੋਂ, ਅਗਲੇ ਪੈਰੇ ਦੀ ਗੱਲ ਕਰਦੇ ਆ, ਆਫੈਂਸ ਕਮਿਟਡ ਇਨ ਪਲੇਸ ਆਫ ਵਰਸ਼ਿਪ, ਕਿਸੇ ਧਾਰਮਿਕ ਸਥਾਨ ਤੇ ਕੋਈ ਐਸਾ ਵਿਅਕਤੀ ਕੰਮ ਕਰਦਾ ਹੈ, ਇਹ ਤਾਂ ਉੱਪਰ ਤੱਕ ਕਿਸੇ ਵੀ ਜਗ੍ਹਾ ਤੇ ਕਰਦਾ ਹੈ, ਪਰ ਨਿਚਲੇ ਪੈਰੇ ਦੇ ਵਿੱਚ ਆ ਗਿਆ ਕੋਈ ਧਾਰਮਿਕ ਸਥਾਨ ਤੇ ਐਸਾ ਕੋਈ ਕੰਮ ਕਰਦਾ ਹੈ, ਲੋਕਾਂ ਨੂੰ ਪ੍ਰਵੋਕ ਕਰਦਾ ਹੈਗਾ, ਠੀਕ ਹੈ, ਉਕਸਾਉਂਦਾ ਹੈਗਾ, ਜਿਵੇਂ ਹੁਣ ਪਿਛਲੇ ਸਮੇਂ 'ਚ ਤੁਸੀਂ ਪਟਿਆਲੇ ਦੇਖਿਆ ਕੀ ਕੁਛ ਹੋਇਆ ਹੈਗਾ, ਐਦਾਂ ਦੀ ਕੋਈ ਕਾਰਵਾਈ ਕਰਦਾ ਹੈ, ਆਫੈਂਸ ਕਮਿਟਡ ਇਨ ਪਲੇਸ ਆਫ ਵਰਸ਼ਿਪ, ਠੀਕ ਹੈ, ਕਿਸੇ ਧਾਰਮਿਕ ਸਥਾਨ ਤੇ ਕੋਈ ਐਦਾਂ ਦੀ ਕਾਰਵਾਈ ਕਰਦਾ ਹੈ, ਕੋਈ ਬੋਲ ਕੇ, ਕੋਈ ਸਪੀਕ ਕਰਕੇ, ਕੋਈ ਸਪੀਚ ਦੇ ਕੇ, ਕੋਈ, ਠੀਕ ਹੈ, ਕੋਈ ਕੰਮ ਉਲਟਾ ਪੁਲਟਾ ਕੰਮ ਕਰਕੇ, ਜਾਂ ਕਿਸੇ ਵਿਅਕਤੀਆਂ ਨੂੰ ਟ੍ਰੇਨਿੰਗ ਦੇ ਕੇ, ਠੀਕ ਹੈ, ਦੋ ਵੱਖ-ਵੱਖ ਗਰੁੱਪਾਂ ਦੇ ਵਿੱਚ, ਦੋ ਧਰਮਾਂ ਦੇ ਵਿੱਚ, ਦੋ ਜਾਤ ਦੇ ਨਾਮ ਤੇ, ਧਰਮ ਦੇ ਨਾਮ ਤੇ ਰੰਗ ਦੇ ਨਾਮ ਤੇ, ਬੋਲੀ ਦੇ ਨਾਮ ਤੇ, ਸਪੀਚ ਦੇ ਨਾਮ ਤੇ, ਭਾਸ਼ਾ ਦੇ ਨਾਮ ਤੇ ਭੜਕਾਉਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਜੇਕਰ ਇਹ ਕਾਰਵਾਈ ਜਿਹੜੀ ਕੀਤੀ ਜਾਂਦੀ ਹੈ ਕਿਸੇ ਧਾਰਮਿਕ ਸਥਾਨ ਤੇ ਕੀਤੀ ਜਾਂਦੀ ਹੈ ਕਿਸੇ ਵਿਅਕਤੀ ਵੱਲੋਂ, ਤਾਂ ਜਿਹੜੀ ਸਜ਼ਾ ਹੈਗੀ ਹੈ 3 ਸਾਲ ਦੀ ਥਾਂ ਤੇ 5 ਸਾਲ ਤੱਕ ਦੀ ਹੋਏਗੀ। ਉਸ ਵਿਅਕਤੀ ਨੂੰ, ਐਸਾ ਜੁਰਮ ਕਰਨ ਵਾਲੇ ਵਿਅਕਤੀ ਨੂੰ, shall be punished with imprisonment which may extend to 5 years and shall also be liable to fine, ਨਾਲ ਹੈ ਜਿਹੜਾ ਹੈਗਾ ਜੁਰਮਾਨਾ ਵੀ ਹੋ ਸਕਦਾ ਹੈ। ਨੈਕਸਟ ਹੈਗਾ ਸੈਕਸ਼ਨ 153B, ਜਿਹੜਾ ਉੱਪਰ ਸੈਕਸ਼ਨ ਅਸੀਂ 153A ਪੜਿਆ ਸੀਗਾ, that was related with the groups of the peoples based on the religion, caste, place of birth ਵਗੈਰਾ ਵਗੈਰਾ, ਠੀਕ ਹੈ, ਪਰ ਇਹ ਜਿਹੜਾ 153B ਹੈਗਾ ਇਹ ਹੈਗਾ ਦੇਸ਼ ਦੇ ਲਈ, ਇੰਟੈਗ੍ਰਿਟੀ, ਜਿਹੜਾ ਸਾਡਾ ਕੰਟਰੀ ਹੈ, ਕੰਟਰੀ ਦੀ ਇੰਟੈਗ੍ਰਿਟੀ ਨੂੰ, ਕੰਟਰੀ ਦੀ ਜਿਹੜੀ ਹੈਗੀ ਹੈ ਯੂਨਿਟੀ ਨੂੰ ਕੋਈ ਪ੍ਰੋਬਲਮ ਕ੍ਰੀਏਟ ਕਰਦਾ ਹੋਵੇ, ਲੋਕਾਂ ਨੂੰ ਦੇਸ਼ ਨੂੰ ਤੋੜਨ ਦੀ ਖਾਤਰ, ਠੀਕ ਹੈ, ਦੇਸ਼ ਨੂੰ ਤੋੜਨ ਦੀ ਖਾਤਰ ਕੋਈ ਐਸੀ ਸਟੇਟਮੈਂਟ ਦਿੰਦਾ ਹੋਵੇ ਕੋਈ ਵਿਅਕਤੀ ਜਿਹਦੇ ਨਾਲ ਜਿਹੜੀ ਨੈਸ਼ਨਲ ਇੰਟੈਗ੍ਰਿਟੀ ਨੂੰ ਖਤਰਾ ਹੋਵੇ, ਆਈਦਰ ਬਾਈ ਸਪੋਕਨ ਔਰ ਰਿਟਨ ਔਰ ਬਾਈ ਸਾਈਨ, ਉਹੀ ਤਰੀਕੇ ਜਿਹੜੇ ਉੱਪਰ ਦੱਸੇ ਗਏ ਸੀਗੇ, ਚਾਹੇ ਬੋਲ ਕੇ, ਚਾਹੇ ਲਿਖ ਕੇ, ਕੋਈ ਇਸ਼ਤਿਹਾਰਬਾਜ਼ੀ ਕਰਕੇ, ਕੋਈ ਬੋਰਡ ਲਗਾ ਕੇ, ਚਾਹੇ ਕੋਈ ਸਪੀਚ ਦੇ ਕੇ, ਚਾਹੇ ਕੋਈ ਸੋਸ਼ਲ ਮੀਡੀਆ ਤੇ, ਚਾਹੇ ਕੋਈ ਕਿਸੇ ਤਰੀਕੇ ਦੇ ਨਾਲ, ਚਾਹੇ ਇਕੱਠ ਦੇ ਵਿੱਚ ਜਾ ਕੇ ਕੋਈ ਸਪੀਚ ਦਿੰਦਾ ਹੈਗਾ, ਠੀਕ ਹੈ, ਬਾਈ ਸਾਈਨਸ ਔਰ ਬਾਈ ਵਿਜ਼ੀਬਲ ਰਿਪਰੈਜ਼ੈਂਟੇਸ਼ਨਸ ਔਰ ਅਦਰਵਾਈਜ਼, makes or publishes any importation that any class of persons cannot be by reason of their being members, ਵੀ ਇਹ ਜਿਹੜੀ particular class ਹੈਗੀ ਹੈ, ਠੀਕ ਹੈ, particular class ਧਰਮ ਦੇ, ਕੋਈ ਕਿਸੇ ਧਰਮ ਦੀ ਗੱਲ ਕਰਦਾ ਹੈ, ਕਿਸੇ ਜਾਤ ਨੂੰ ਲੈ ਕੇ, ਕਿਸੇ ਕਾਸਟ ਨੂੰ ਲੈ ਕੇ, ਕਿਸੇ ਲੈਂਗੁਏਜ ਨੂੰ ਲੈ ਕੇ, bear true faith, cannot bear true faith and elegance, ਵੀ ਇਹ ਫਲਾਣੇ ਲੋਕਾਂ ਦਾ ਜਿਹੜਾ ਹੈਗਾ ਸਾਡੇ ਦੇਸ਼ ਦੇ ਜਿਹੜਾ ਸੰਵਿਧਾਨ ਹੈਗਾ ਉਹਦੇ 'ਚ ਫੇਥ ਨਹੀਂ ਹੈਗਾ, ਠੀਕ ਹੈ, ਇਹ ਸਾਡੇ ਦੇਸ਼ ਦੇ ਲਈ ਖਤਰਾ ਨੇ, ਇੱਦਾਂ ਦੀ ਕੋਈ ਕਾਰਵਾਈ ਕਰਦਾ, ਇੱਦਾਂ ਦਾ ਕੋਈ ਸਪੀਚ ਕਰਦਾ, ਇੱਦਾਂ ਦੀ ਕੋਈ ਇਸ਼ਤਿਹਾਰਬਾਜ਼ੀ ਜਾਰੀ ਕਰਦਾ ਹੈਗਾ, ਐਜ਼ ਬਾਈ ਲਾਅ ਐਸਟੈਬਲਿਸ਼ਡ ਅਪਹੋਲਡ ਦਾ ਸਾਵਰੇਨਟੀ ਐਂਡ ਇੰਟੈਗ੍ਰਿਟੀ ਆਫ ਇੰਡੀਆ, ਭਾਰਤ ਦੀ ਪ੍ਰਭੂਸੱਤਾ ਦੇ ਨੂੰ
ਤੇ ਭਾਰਤ ਦੀ ਜਿਹੜੀ ਯੂਨਿਟੀ ਹੈ ਉਸ ਨੂੰ ਮਤਲਬ ਕਿ ਤੋੜਨ ਦੀ ਖਾਤਰ ਜਾਣਬੁੱਝ ਕੇ ਕੋਈ ਇਦਾਂ ਦਾ ਬਿਆਨ ਦਿੰਦਾ ਹੈ, ਜਾਂ ਫਿਰ ਇਦਾਂ ਦਾ ਕੋਈ ਬਿਆਨ ਦਿੰਦਾ ਹੈ ਵੀ ਫਲਾਣੇ ਜਿਹੜੇ ਲੋਕ ਹੈਗੇ ਆ ਐਡਵਾਈਜ਼ ਕਰਦਾ ਹੈ, ਕਾਉਂਸਲਿੰਗ ਕਰਦਾ ਹੈ, ਠੀਕ ਹੈ, ਪਬਲਿਸ਼ਿੰਗ ਕਰਦਾ ਹੈ, ਜਾਂ ਕੋਈ ਇਸ਼ਤਿਹਾਰਬਾਜ਼ੀ ਕਰਦਾ ਹੈ ਵੀ ਇਹ ਫਲਾਣੀ ਜਾਤ ਦੇ ਜਿਹੜੇ ਲੋਕ ਨੇ, ਆ ਕਾਲੇ ਜਾਂ ਗੋਰੇ ਇਹ ਕਹਿ ਲਈਏ, ਜਾਂ ਫਲਾਣੇ ਧਰਮ ਦੇ ਲੋਕ ਨੇ, ਜਾਂ ਫਲਾਣੀ ਜਿਹੜੀ ਭਾਸ਼ਾ ਬੋਲਦੇ ਹੈਗੇ ਆ ਇਹ ਲੋਕ ਨੇ, ਇਹਨਾਂ ਨੂੰ ਜਿਹੜਾ ਹੈਗਾ, ਜਿਹੜਾ ਭਾਰਤ ਦਾ ਸੰਵਿਧਾਨ ਹੈ, ਇਹ ਇੰਡੀਆ ਦੀ ਸਿਟੀਜ਼ਨ ਨਹੀਂ ਹੋ ਸਕਦੇ। ਇਹਨਾਂ ਨੂੰ ਜਿਹੜੀ ਸਿਟੀਜ਼ਨਸ਼ਿਪ ਜਿਹੜੀ ਇੰਡੀਆ ਦੀ ਜਿਹੜੀ ਮਿਲੀ ਹੋਈ ਹੈ ਇਹ ਨਹੀਂ ਮਿਲਣੀ ਚਾਹੀਦੀ, ਡਿਪਰਾਈਵ ਕੀਤਾ ਜਾਂਦਾ ਉਹਨਾਂ ਨੂੰ। ਇਹ ਕੋਸ਼ਿਸ਼ ਕਰਦਾ, ਇਦਾਂ ਦੀ ਗੱਲ ਕਰਦਾ ਹੈ। ਜਿਵੇਂ ਕੋਈ ਕੰਟਰੀ, ਕਈ ਲੋਕ ਬਾਹਰਲੇ ਕਿਸੇ ਹੋਰ ਕੰਟਰੀ ਚੋਂ ਆ ਕੇ ਕਿਸੇ ਕੰਟਰੀ ਦੇ ਵਿੱਚ ਮਤਲਬ ਕਿ ਪਰਮਾਨੈਂਟ ਤੌਰ ਤੇ ਬਸ ਜਾਂਦੇ ਨੇ, ਰਹਿ ਜਾਂਦੇ ਨੇ, ਜਿਵੇਂ ਸ਼੍ਰੀਲੰਕਾ ਵਗੈਰਾ ਤੋਂ, ਤਾਮਿਲਨਾਡੂ ਚੱਕ ਲੋਕੀ ਆ ਕੇ ਰਹਿੰਦੇ ਨੇ 20 ਸਾਲ ਤੋਂ 30 ਸਾਲ ਤੋਂ, ਉਹ ਪੱਕੇ ਵਸਿੰਦੇ ਹੋ ਜਾਂਦੇ ਨੇ, ਠੀਕ ਹੈ ਜੀ। ਇਦਾਂ ਦੇ ਸਟੇਟਾਂ ਦੇ ਵਿੱਚ ਕੋਈ ਇਦਾਂ ਦਾ ਦੰਗਾ ਫੈਲਾਉਣ ਦੀ ਕੋਸ਼ਿਸ਼ ਕਰਦਾ ਵੀ ਨਹੀਂ, ਇਹ ਜਿਹੜੇ ਪਰਸਨਸ ਹੈਗੇ ਆ ਸਾਡੇ ਕੰਟਰੀ ਦੇ ਜਿਹੜੇ ਸਿਟੀਜ਼ਨ ਨਹੀਂ ਹੈਗੇ, ਇਹਨਾਂ ਨੂੰ ਵਾਪਸ ਕੰਟਰੀ 'ਚ ਭੇਜ ਦੇਣਾ ਚਾਹੀਦਾ, ਵਾਪਸ ਪਾਕਿਸਤਾਨ ਭੇਜ ਦੇਣਾ ਚਾਹੀਦਾ, ਵਾਪਸ ਸ਼੍ਰੀਲੰਕਾ ਭੇਜ ਦੇਣਾ ਚਾਹੀਦਾ, ਠੀਕ ਹੈ। ਇਦਾਂ ਦੀ ਕੋਈ ਸਟੇਟਮੈਂਟ ਦਿੰਦਾ ਹੈਗਾ ਧਰਮ ਦੇ ਨਾਮ ਤੇ, ਜਾਤ ਦੇ ਨਾਮ ਤੇ, ਭਾਸ਼ਾ ਦੇ ਨਾਮ ਤੇ। ਜਾਂ ਫਿਰ ਕੋਈ ਵਿਅਕਤੀ ਜਿਹੜਾ ਹੈਗਾ ਮੇਕਸ ਔਰ ਪਬਲਿਸ਼ਸ ਐਨੀ ਹੇਟਡ ਔਰ ਇਲਵਿਲ ਬਿਟਵੀਨ ਦਾ, ਲੋਕਾਂ 'ਚ ਨਫ਼ਰਤ ਪੈਦਾ ਕਰਦਾ ਹੈ। ਇਦਾਂ ਦੇ ਬਿਆਨ ਦੇ ਕੇ ਆਮ ਜਨਤਾ ਦੇ ਵਿੱਚ ਨਫ਼ਰਤ ਪੈਦਾ ਕਰਦਾ ਇੱਕ ਦੂਜੀ ਕਾਸਟ ਦੇ ਪ੍ਰਤੀ, ਇੱਕ ਦੂਜੇ ਧਰਮ ਦੇ ਮੈਂਬਰਾਂ ਦੇ ਪ੍ਰਤੀ ਕਾਸਟ ਪੈਦਾ ਕਰਦਾ, ਨਫ਼ਰਤ ਪੈਦਾ ਕਰਦਾ, ਤੱਕ ਉਹ ਲੜਪਣ ਆਪਸ ਦੇ ਵਿੱਚ, ਐਨੀਮਿਟੀ ਔਰ ਹੇਟਡ ਔਰ ਇਲਵਿਲ ਬਿਟਵੀਨ ਸਚ ਮੈਂਬਰਸ ਆਫ ਅਦਰ ਪਰਸਨਸ, ਠੀਕ ਹੈ ਜੀ। ਨਫ਼ਰਤ ਪੈਦਾ ਕਰਨ ਦੇ ਲਈ ਕੋਈ ਨਾ ਕੋਈ ਸਟੇਟਮੈਂਟ ਦਿੰਦਾ, ਕੋਈ ਬਿਆਨ ਦਿੰਦਾ ਹੈਗਾ, ਸੋਸ਼ਲ ਮੀਡੀਆ ਤੇ ਦਿੰਦਾ ਹੈ, ਕਿਸੇ ਵੀ ਅਖਬਾਰ 'ਚ ਦਿੰਦਾ, ਕੋਈ ਇਸ਼ਤਿਹਾਰ ਦਿੰਦਾ, ਕੋਈ ਬੋਰਡ ਲਗਾਉਂਦਾ, ਕਿਤੇ ਕਿਸੇ ਇਕੱਠ 'ਚ ਬੋਲਦਾ ਹੈਗਾ, ਤੇ ਜਿਹੜਾ ਉਹ ਵਿਅਕਤੀ ਹੈਗਾ, ਜਿਹੜਾ ਕੋਈ ਐਸੀ ਗੱਲ ਕਰਦਾ ਜਿਹੜਾ ਦੇਸ਼ ਨੂੰ ਖੰਡਿਤ ਕਰਨ ਦੀ ਗੱਲ ਕਰਦਾ, ਇਹ ਗੱਲ ਕਰ ਲਈ, ਠੀਕ ਹੈ। ਦੇਸ਼ ਦੇ ਟੁਕੜੇ ਟੁਕੜੇ ਕਰਨ ਦੀ ਗੱਲ ਕਰਦਾ ਹੈ, ਦੇਸ਼ ਨੂੰ ਖੰਡਨ ਦੀ ਗੱਲ ਕਰਦਾ ਹੈ, ਦੇਸ਼ ਨੂੰ ਤੋੜਨ ਦੀ ਗੱਲ ਕਰਦਾ ਹੈ, ਤਾਂ ਐਸੇ ਵਿਅਕਤੀ ਨੂੰ ਜਿਹੜੀ ਸਜ਼ਾ ਹੈਗੀ ਹੈ 3 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ, ਤੇ ਜੁਰਮਾਨਾ ਵੀ ਹੋ ਸਕਦਾ ਹੈ, ਤੇ ਦੋਨੋਂ ਵੀ ਹੋ ਸਕਦੇ ਨੇ। ਪਰ ਜੇਕਰ ਐਸਾ ਵਿਅਕਤੀ ਏਦਾਂ ਦੀ ਕੋਈ ਗੱਲ ਕਿਸੇ ਧਾਰਮਿਕ ਸਥਾਨ ਤੇ ਜਾ ਕੇ ਕਰਦਾ ਹੈ, ਠੀਕ ਹੈ, ਦੇਸ਼ ਨੂੰ ਤੋੜਨ ਦੀ ਖਾਤਰ ਦੋ ਗਰੁੱਪਾਂ ਦੇ ਵਿੱਚ, ਧਰਮ ਦੇ ਨਾਂ ਤੇ, ਜਾਤ ਦੇ ਨਾਂ ਤੇ, ਠੀਕ ਹੈ, ਜਾਂ ਜਿਹੜੇ ਪੁਆਇੰਟਸ ਆਪਾਂ ਉੱਪਰ ਪੜ੍ਹੇ ਉਹਨਾਂ ਦੇ ਨਾਮ ਤੇ, ਕਿਸੇ ਪਬਲਿਕ ਵਰਸ਼ਿਪ ਪਲੇਸ ਦੇ ਉੱਪਰ, ਕਿਸੇ ਧਾਰਮਿਕ ਸਥਾਨ ਤੇ ਜਾ ਕੇ ਇਦਾਂ ਦੀ ਕੋਈ ਗੱਲ ਕਰਦਾ, ਇਦਾਂ ਦੀ ਕੋਈ ਕੰਮ ਕਰਦਾ ਹੈਗਾ, ਤਾਂ ਜਿਹੜੀ ਸਜ਼ਾ ਹੈਗੀ ਹੈ ਉਹ ਵੱਧ ਕੇ 5 ਸਾਲ ਤੱਕ ਦੀ ਹੋ ਜਾਂਦੀ ਹੈ। ਐਂਡ ਸ਼ੈਲ ਆਲਸੋ ਬੀ ਲਾਇਬਲ ਟੂ ਫਾਈਨ, ਨਾਲ ਉਸ ਨੂੰ 5 ਸਾਲ ਤੱਕ ਦੀ ਸਜ਼ਾ ਵੀ ਹੋ ਸਕਦੀ ਹੈ, ਤੇ ਉਸ ਨੂੰ ਜੁਰਮਾਨਾ ਵੀ ਹੋ ਸਕਦਾ ਹੈ। ਨੈਕਸਟ ਹੈ ਸੈਕਸ਼ਨ 154। ਇਹ ਹੈਗਾ ਵੀ ਕਿਸ ਜਗ੍ਹਾ ਦੇ ਉੱਪਰ ਇਹ ਲੈਂਡ ਨਾਲ ਸੰਬੰਧਿਤ ਹੈਗਾ, ਜਿਹੜਾ ਵਿਅਕਤੀ ਹੈਗਾ ਬੇਸ਼ੱਕ ਉਹਦੀ ਆਪਦੀ ਕੋਈ ਐਸੀ ਅਨਲੌਫੁਲ ਅਸੈਂਬਲੀ ਦੇ ਵਿੱਚ ਉਹ ਇਨਵੋਲਵ ਨਾ ਹੋਵੇ, ਠੀਕ ਹੈ, ਪਰ ਜੇਕਰ ਉਹਦੀ ਥਾਂ ਦੇ ਉੱਪਰ, ਉਹਦੇ ਘਰ ਦੇ, ਉਹਦੀ ਆਪਦੀ ਕਿਸੇ ਪ੍ਰੋਪਰਟੀ ਦੇ ਉੱਪਰ ਲੋਕ ਇਕੱਠੇ ਹੋ ਜਾਂਦੇ ਆ, ਕੋਈ ਖੁੱਲੀ ਸਪੇਸ ਹੈਗੀ ਹੈ ਕਿਸੇ ਵਿਅਕਤੀ ਦੀ, ਉਹਦਾ ਮਾਲਕ ਹੈ ਕੋਈ ਵਿਅਕਤੀ, ਬੇਸ਼ੱਕ ਹੀ ਇਜ਼ ਨਾਟ ਦਾ ਮੈਂਬਰ ਆਫ ਦਾ ਅਨਲੌਫੁਲ ਅਸੈਂਬਲੀ, ਪਰ ਉਹਦੀ ਜਗ੍ਹਾ ਦੇ ਉੱਪਰ ਕੋਈ ਆ ਕੇ ਇਕੱਠ ਹੁੰਦਾ ਹੈਗਾ, ਜਿਹੜੀ ਅਸੈਂਬਲੀ ਆ ਉਹ ਅਨਲੌਫੁਲ ਬਣ ਜਾਂਦੀ ਹੈ, ਉਹਨੂੰ ਪਤਾ ਲੱਗ ਜਾਂਦਾ ਵੀ ਹਾਂ ਇਹ ਅਸੈਂਬਲੀ ਹੁਣ ਅਨਲੌਫੁਲ ਹੈਗੀ ਹੈ, ਠੀਕ ਹੈ। 154 ਓਨਰ ਔਰ ਆਕੂਪਾਇਰ ਆਫ ਦਾ ਲੈਂਡ ਔਨ ਵਿਚ ਐਨ ਅਨਲੌਫੁਲ ਅਸੈਂਬਲੀ ਇਜ਼ ਹੈਲਡ, ਜਿੱਥੇ ਇਹ ਅਨਲੌਫੁਲ ਅਸੈਂਬਲੀ ਇਕੱਠੀ ਹੋਈ ਹੈ, ਜਿਹੜਾ ਪ੍ਰੋਪਰਟੀ ਦਾ ਮਾਲਕ ਹੈਗਾ ਉਹਦੀ ਜ਼ਿੰਮੇਵਾਰੀ ਬਣ ਜਾਂਦੀ ਹੈ, ਠੀਕ ਹੈ, ਉਹਦੀ ਲਾਇਬਿਲਿਟੀ ਬਣ ਜਾਂਦੀ ਹੈ ਵੀ ਉਹ ਐਸੀ ਉਹਦੀ ਜਗ੍ਹਾ ਦੇ ਉੱਪਰ ਕੋਈ ਇਦਾਂ ਦਾ ਇਕੱਠ ਹੋ ਰਿਹਾ ਹੈ ਜਿੱਥੋਂ ਪਤਾ ਲੱਗਦਾ ਵੀ ਕਿਸੇ ਕੋਈ ਹਿੰਸਾ ਹੋ ਸਕਦੀ ਹੈ, ਕੋਈ ਕ੍ਰਾਈਮ ਹੋ ਸਕਦਾ ਹੈਗਾ, ਤਾਂ ਉਹਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਵੀ ਉਹ ਨੇੜੇ ਦੇ ਪੁਲਿਸ ਸਟੇਸ਼ਨ ਨੂੰ ਇਨਫੋਰਮੇਸ਼ਨ ਦੇਵੇ। ਜੇਕਰ ਉਹ ਮੌਕੇ ਤੇ ਮਾਲਕ ਆਪ ਨਹੀਂ ਹੈਗਾ ਤਾਂ ਉਹਦਾ ਕੋਈ ਏਜੰਟ ਹੈ, ਉਹਦਾ ਕੋਈ ਮੈਨੇਜਰ ਹੈ, ਠੀਕ ਹੈ, ਤਾਂ ਉਹਦੀ ਵੀ ਰਿਸਪੌਂਸਿਬਿਲਿਟੀ ਬਣਦੀ ਹੈ ਵੀ ਉਹ ਆਪਣੇ ਮਾਲਕ ਨੂੰ ਇਨਫੋਰਮੇਸ਼ਨ ਦੇਵੇ, ਤੇ ਜਾਂ ਫਿਰ ਉਹ ਪੁਲਿਸ ਆਫੀਸਰ ਨੂੰ ਨੇੜੇ ਦੇ ਥਾਣੇ ਦੇ ਵਿੱਚ ਰਿਪੋਰਟ ਕਰੇ ਵੀ ਇਦਾਂ ਕਰਕੇ ਫਲਾਣੀ ਜਗ੍ਹਾ ਤੇ ਸਾਡੀ ਜਗ੍ਹਾ ਦੇ ਉੱਪਰ ਲੋਕ ਇਕੱਠੇ ਹੋ ਰਹੇ ਨੇ, ਸਾਨੂੰ ਲੱਗਦਾ ਵੀ ਇਹ ਕੋਈ ਨਾ ਕੋਈ ਦੰਗਾ ਕਰਨਗੇ, ਫਸਾਦ ਕਰਨਗੇ। ਜੇ ਕੋਈ ਇਨਫੋਰਮੇਸ਼ਨ ਇਦਾਂ ਦੀ ਨਹੀਂ ਦਿੰਦਾ ਤਾਂ ਉਸ ਵਿਅਕਤੀ ਨੂੰ ਕੀ ਹੈਗਾ, ਡੂ ਨਾਟ ਯੂਜ਼ ਤਾਂ ਉਹਨੂੰ ਵੀ ਜਿਹੜੀ ਹੈਗੀ ਸਜ਼ਾ ਹੋ ਸਕਦੀ ਹੈ, ਸਜ਼ਾ ਨਹੀਂ, ਉਹਨੂੰ ਉਸ ਵਿਅਕਤੀ ਨੂੰ ਐਸੇ ਨੂੰ ਕੀ ਹੈ, ਕਿਉਂਕਿ ਉਹ ਜਿਹੜਾ ਮੈਂਬਰ ਨਹੀਂ ਹੈਗਾ ਅਨਲੌਫੁਲ ਅਸੈਂਬਲੀ ਦਾ, ਤਾਂ ਉਸਨੂੰ ਫਾਈਨ ਕੀਤਾ ਜਾ ਸਕਦਾ ਹੈ, ਕੋਰਟ ਵੱਲੋਂ 1000 ਰੁਪਏ ਤੱਕ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ ਓਨਰ ਨੂੰ ਜਾਂ ਆਕੂਪਾਇਰ ਨੂੰ, ਚਾਹੇ ਉਹ ਮਾਲਕ ਹੋਵੇ, ਚਾਹੇ ਉਸਨੇ ਕੋਈ ਜ਼ਮੀਨ ਜਿਹੜੀ ਹੈਗੀ ਹੈ ਲੀਜ਼ ਤੇ ਲਈ,
ਲਈ ਹੋਈ ਹੋਵੇ, ਕਬਜ਼ਾ ਉਹਦਾ ਹੋਵੇ ਹੈਗਾ, ਤਾਂ ਉਹਨੂੰ 1000 ਰੁਪਏ ਤੱਕ ਦਾ ਜਿਹੜਾ ਹੈਗਾ ਜੁਰਮਾਨਾ ਕੀਤਾ ਜਾ ਸਕਦਾ। Next is section 155, liability of person for whose benefit right is committed। किस व्यक्ति ਦੇ ਲਈ ਬੈਨੀਫਿਟ ਦੇ ਲਈ ਜਿਹੜਾ ਕ੍ਰਾਈਮ ਹੈਗਾ, ਰਾਈਟ ਦੰਗੇ ਫਸਾਦ ਜਿਹੜੇ ਫੈਲਾਏ ਜਾ ਰਹੇ ਨੇ, ਬੇਸ਼ੱਕ ਉਹ ਵਿਅਕਤੀ ਆਪ ਨਹੀਂ ਕਰ ਵੀ ਕੁਝ ਕਰ ਰਿਹਾ ਹੈਗਾ, ਲਾਇਬਿਲਿਟੀ ਆਫ ਪਰਸਨ ਫਾਰ ਹੂਜ਼ ਬੈਨੀਫਿਟ, ਉਹਦੇ ਬੈਨੀਫਿਟ ਦੇ ਲਈ ਰਾਈਟ ਇਜ਼ ਕਮਿਟਡ, ਕੋਈ ਰਾਈਟ ਕਮਿਟ ਹੋਇਆ ਹੈਗਾ, ਤਾਂ ਉਹ ਜਿਹੜਾ ਵਿਅਕਤੀ ਹੈਗਾ ਜਿਹਦੇ ਬੈਨੀਫਿਟ ਦੀ ਖਾਤਰ ਇਹ ਜਿਹੜਾ ਰਾਈਟ ਕਮਿਟ ਹੋਇਆ, ਜਿਹੜਾ ਕਾਰਨ ਬਣਿਆ, ਰੀਜ਼ਨ ਬਣਿਆ, ਸਚ ਪਰਸਨ ਸ਼ੈਲ ਬੀ ਪੁਨਿਸ਼ੇਬਲ ਵਿਦ ਫਾਈਨ, ਉਹਨੂੰ ਜੁਰਮਾਨਾ ਹੋ ਸਕਦਾ ਹੈ, ਜਿਹਦੇ ਕਾਰਨ ਜਿਹੜਾ ਇਹ ਰਾਈਟ ਹੈ ਕਮਿਟ ਹੋਇਆ। ਬੇਸ਼ੱਕ ਉਸਨੇ ਉਹ ਇਹਦਾ ਮੈਂਬਰ ਨਹੀਂ ਸੀਗਾ ਅਨਲॉफुल ਅਸੈਂਬਲੀ ਦਾ, ਪਰ ਰੀਜ਼ਨ ਉਹਦੇ ਬੈਨੀਫਿਟ ਦੀ ਖਾਤਰ ਇਹ ਕੁਝ ਲੋਕਾਂ ਨੇ ਇਕੱਠੇ ਹੋ ਕੇ ਕੋਈ ਜਿਹੜਾ ਹੈਗਾ ਦੰਗਾ ਫਸਾਦ ਕੀਤਾ, ਤਾਂ ਉਸ ਵਿਅਕਤੀ ਨੂੰ ਵੀ 1000 ਰੁਪਏ ਜੁਰਮਾਨਾ ਕੀਤਾ ਜਾ ਸਕਦਾ। Next is section 156, liability of agent of owner or occupier of whose benefit right is committed। ਲਾਇਬਿਲਿਟੀ ਆਫ ਏਜੰਟ ਆਫ ਓਨਰ ਔਰ ਆਕੂਪਾਇਰ, ਜਿਹੜਾ ਜ਼ਮੀਨ ਦਾ ਮਾਲਕ ਹੋਵੇ ਜਾਂ ਜ਼ਮੀਨ ਦੇ ਜਿਹਦਾ ਕਬਜ਼ਾ ਹੋਵੇ, ਉਹਦਾ ਜਿਹੜਾ ਕੋਈ ਏਜੰਟ ਹੈਗਾ, ਠੀਕ ਹੈ, ਉਹਦੇ ਕਾਰਨ ਵੀ ਜੇ ਕੋਈ ਦੰਗਾ ਫਸਾਦ ਹੁੰਦਾ ਹੈ, ਏਜੰਟ ਦੇ ਕਾਰਨ ਵੀ ਜੇ ਕੋਈ ਦੰਗਾ ਫਸਾਦ ਹੁੰਦਾ ਹੈ, ਜਾਂ ਮੈਨੇਜਰ ਦੇ ਕਾਰਨ ਕੋਈ ਦੰਗਾ ਫਸਾਦ ਹੁੰਦਾ ਹੈ, ਬੇਸ਼ੱਕ ਦੰਗਾ ਫਸਾਦ ਕਰਨ ਦੇ ਵਿੱਚ ਜਿਹੜਾ ਉਹਨੇ ਕੋਈ ਕੌਂਸਪੀਰੇਸੀ ਨਹੀਂ ਰਚੀ ਤੇ ਨਾ ਹੀ ਉਹ ਉਹਦਾ ਮੈਂਬਰ ਹੈ ਅਨਲॉफुल ਅਸੈਂਬਲੀ ਦਾ, ਪਰ ਉਹਦੇ ਕਾਰਨ ਕੋਈ ਦੰਗਾ ਫਸਾਦ ਹੁੰਦਾ ਹੈ, ਠੀਕ ਹੈ, ਤਾਂ ਉਸ ਵਿਅਕਤੀ ਨੂੰ ਵੀ ਜਿਹੜੀ ਹੈਗੀ ਹੈ ਜੁਰਮਾਨਾ ਕੀਤਾ ਜਾ ਸਕਦਾ ਹੈ। ਏਜੰਟ ਔਰ ਮੈਨੇਜਰ ਆਫ ਸਚ ਪਰਸਨ ਸ਼ੈਲ ਬੀ ਪੁਨਿਸ਼ੇਬਲ ਵਿਦ ਫਾਈਨ ਇਫ ਸਚ ਏਜੰਟ ਔਰ ਮੈਨੇਜਰ ਹੈਵਿੰਗ ਰੀਜ਼ਨ ਟੂ ਬਲੀਵ that such right was likely to be committed। Next is section 157, harboring persons hired for an unlawful assembly। harboring persons hired for an unlawful assembly, ਅਨਲॉफुल ਅਸੈਂਬਲੀ ਇਕੱਠੀ ਹੋਈ ਵੀ ਹੈ ਕਿਤੇ, ਠੀਕ ਹੈ, ਉਹਨਾਂ ਵਿਅਕਤੀਆਂ ਨੂੰ ਕੋਈ ਵਿਅਕਤੀ ਪਨਾਹ ਦਿੰਦਾ ਹੈ, ਛੁਪਾ ਕੇ ਰੱਖਦਾ ਕਿਸੇ ਜਗ੍ਹਾ ਤੇ ਕੁਝ ਦੇਰ ਦੇ ਲਈ, ਕੁਝ ਸਮੇਂ ਦੇ ਲਈ ਉਹਨਾਂ ਨੂੰ ਪਨਾਹ ਦਿੰਦਾ ਹੈਗਾ, ਬੇਸ਼ੱਕ ਆਪ ਉਹ ਐਸੀ ਅਸੈਂਬਲੀ ਦਾ ਪਾਰਟ ਨਹੀਂ ਹੈਗਾ, ਐਸੀ ਅਸੈਂਬਲੀ ਦਾ ਆਪ ਮਾਲਕ ਨਹੀਂ ਹੈਗਾ, ਪਰ ਐਸੀ ਅਸੈਂਬਲੀ ਨੂੰ ਪਨਾਹ ਦਿੰਦਾ ਹੈ, ਜਿਵੇਂ ਕਿਤੇ ਭੱਜ ਕੇ ਜਾ ਰਹੀ ਹੈ ਅਸੈਂਬਲੀ, ਉਹਨੂੰ ਕਿਸੇ ਆਪਣੇ ਘਰ 'ਚ ਲੁਕਾ ਲੈਣਾ, ਛੁਪਾ ਲੈਣਾ, ਠੀਕ ਹੈ। ਜਿਹੜਾ ਵੀ ਕੋਈ ਵਿਅਕਤੀ ਅਨਲॉफुल ਅਸੈਂਬਲੀ ਦੇ ਮੈਂਬਰ ਨੂੰ ਕਿਸੇ ਨੂੰ ਪਨਾਹ ਦਿੰਦਾ ਹੈਗਾ, ਛੁਪਾਉਂਦਾ ਹੈਗਾ, ਕਰਦਾ ਹੈਗਾ, ਤਾਂ ਉਸ ਵਿਅਕਤੀ ਨੂੰ ਵੀ ਜਿਹੜੀ ਹੈਗੀ ਹੈ ਸਜ਼ਾ 6 ਮਹੀਨੇ ਤੱਕ ਦੀ ਸਜ਼ਾ ਹੋ ਸਕਦੀ ਹੈ। ਜਿਵੇਂ ਕਿ ਪੁਲਿਸ ਆਫੀਸਰ ਹੈ, ਉਹ ਬੰਦੇ ਨੂੰ ਪਕੜਨ ਵਾਸਤੇ ਗਿਆ, ਉਹਨੂੰ ਛੁਪਾ ਕੇ ਰੱਖ ਲਿਆ ਵਿਅਕਤੀ ਨੇ ਕਿਸੇ ਨੇ, ਠੀਕ ਹੈ, ਤਾਂ ਜਿਹੜਾ ਬੰਦਾ ਛੁਪਾਉਂਦਾ ਹੈਗਾ ਅਨਲॉफुल ਅਸੈਂਬਲੀ ਦੇ ਕਿਸੇ ਮੈਂਬਰ ਨੂੰ, ਤਾਂ ਉਸ ਵਿਅਕਤੀ ਨੂੰ 6 ਮਹੀਨੇ ਤੱਕ ਦੀ ਸਜ਼ਾ ਹੋ ਸਕਦੀ ਹੈ। 158, being hired to take part in an unlawful assembly or riot। ਇੱਕ ਵਿਅਕਤੀ ਆਪਾਂ ਪਹਿਲਾਂ ਪੜ੍ਹਿਆ ਸੀਗਾ ਸੈਕਸ਼ਨ ਹਾਇਰ ਕਰਦਾ ਹੈ, ਜਿਹੜਾ ਹਾਇਰ ਕਰਦਾ ਹੈ, ਹਾਇਰ ਕਰਕੇ ਭੇਜਦਾ ਹੈ ਅਨਲॉफुल ਅਸੈਂਬਲੀ 'ਚ ਬੰਦਿਆਂ ਨੂੰ, ਠੀਕ ਹੈ, ਉਹਨੂੰ ਵੀ ਸਜ਼ਾ ਮਿਲ ਸਕਦੀ ਹੈ। ਪਰ ਇਹ 158 ਜਿਹੜਾ ਹੈਗਾ ਜਿਹੜਾ 158 ਸੈਕਸ਼ਨ ਹੈਗਾ, ਇਹ ਜਿਹੜਾ ਵਿਅਕਤੀ ਹਾਇਰ ਹੁੰਦਾ ਹੈ, ਪਤਾ ਹੈ ਉਹਨੂੰ ਵੀ ਮੈਨੂੰ ਕਾਹਦੇ ਲਈ ਹਾਇਰ ਕੀਤਾ ਜਾ ਰਿਹਾ ਹੈ, ਵੀ ਮੈਨੂੰ ਅਨਲॉफुल ਅਸੈਂਬਲੀ ਦਾ ਮੈਂਬਰ ਬਣਾਉਣ ਦੀ ਖਾਤਰ, ਸਾਡੇ ਤੋਂ ਕੋਈ ਦੰਗਾ ਕਰਾਉਣ ਦੀ ਖਾਤਰ, ਠੀਕ ਹੈ, ਕੋਈ ਸਾੜ ਫੂਕ ਕਰਾਉਣ ਦੀ ਖਾਤਰ ਸਾਨੂੰ ਹਾਇਰ ਕੀਤਾ ਜਾ ਰਿਹਾ ਹੈ। ਜੇ ਤੁਹਾਨੂੰ ਪਤਾ ਨਾ ਹੋਵੇ ਇਸ ਗੱਲ ਦਾ ਵੀ ਮੈਨੂੰ ਕਿਉਂ ਹਾਇਰ ਕੀਤਾ ਜਾ ਰਿਹਾ ਹੈ, ਕਿਰਾਏ ਤੇ ਲੈ ਜਾਵੇ, ਮੈਂ ਇਸ ਦਾ ਕੰਮ ਸਿੰਪਲ ਕੋਈ ਕੰਮ ਕਰਵਾਉਣਾ ਹੈਗਾ, ਫਿਰ ਤਾਂ ਗੱਲ ਵੱਖਰੀ ਹੈ। ਜੇਕਰ ਉਸ ਬੰਦੇ ਨੂੰ ਪਤਾ ਹੈ ਵੀ ਹਾਂ ਸਾਡੇ ਤੋਂ ਕਿਸੇ ਅਨਲॉफुल ਅਸੈਂਬਲੀ ਸਾਡੇ ਤੋਂ ਦੰਗੇ ਕਰਵਾਉਣੇ ਨੇ ਇਹਨਾਂ ਨੇ, ਠੀਕ ਹੈ, ਉਹ 1000-2000 ਰੁਪਏ ਲੈ ਕੇ ਹਾਇਰ ਹੁੰਦਾ ਹੈ, ਤਾਂ ਉਹ ਵਿਅਕਤੀ ਬੇਸ਼ੱਕ ਦੰਗਾ ਜਾ ਕੇ ਅੱਗੇ ਕੀਤਾ ਚਾਹੇ ਨਹੀਂ ਕੀਤਾ, ਪਰ ਜੇ ਉਹ ਹਾਇਰ ਹੋ ਕੇ ਚਲਾ ਗਿਆ, then he is also liable to punishment for 6 months। ਤਾਂ ਉਹਨੂੰ 6 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਜੇਕਰ ਉਹਦੇ ਡੈਡਲੀ ਵੈਪਨ ਨਾਲ ਲੈ ਕੇ ਜਾਂਦਾ ਨਾਲ ਉਹ, ਠੀਕ ਹੈ, ਮਾਰੂ ਹਥਿਆਰ ਨਾਲ ਲੈ ਕੇ ਜਾਂਦਾ ਹੈ, ਤਾਂ ਜਿਹੜੀ ਸਜ਼ਾ ਹੈਗੀ ਆ ਉਹ ਵੱਧ ਕੇ
2 ਸਾਲ ਤੱਕ ਦੀ ਹੋ ਜਾਂਦੀ ਹੈ। ਨੈਕਸਟ ਹੈ ਸੈਕਸ਼ਨ 159 ਅਫਰੇ। ਅਫਰੇ ਕੀ ਹੁੰਦਾ ਹੈ? ਅਫਰੇ ਵੈਨ 2 or more persons by fighting in a public place, ਜੋ 2 ਜਾਂ 2 ਤੋਂ ਵੱਧ ਵਿਅਕਤੀ ਕਿਸੇ ਪਬਲਿਕ ਸਥਾਨ ਤੇ ਜਾ ਕੇ ਲੜ ਪੈਂਦੇ ਨੇ ਆਪਸ 'ਚ, ਜਿਹਦੇ ਨਾਲ ਕੀ ਹੁੰਦਾ, ਡਿਸਟਰਬ ਹੁੰਦੀ ਹੈ ਪਬਲਿਕ ਪੀਸ। ਆਮ ਲੋਕ ਉੱਥੇ ਬੈਠੇ ਹੈ, ਪਰ ਕੋਈ ਪਬਲਿਕ ਪਲੇਸ ਦੀ ਗੱਲ ਕਰ ਰਹੇ ਹਾਂ ਇੱਥੇ ਆਪਾਂ, ਕਿਸੇ ਬੱਸ ਸਟੈਂਡ ਤੇ, ਕਿਸੇ ਰੇਲਵੇ ਸਟੇਸ਼ਨ ਤੇ, ਕਿਸੇ ਮੰਦਰ, ਗੁਰਦੁਆਰਾ, ਐਸੀ ਕਿਸੇ ਜਗ੍ਹਾ ਤੇ ਪਬਲਿਕ ਪਲੇਸ ਦੇ ਉੱਪਰ, ਕਿਸੇ ਆਫਿਸ ਦੇ ਵਿੱਚ 2 ਬੰਦੇ ਜਾ ਕੇ ਲੜ ਪੈਂਦੇ ਨੇ, ਜਿਹਦੇ ਨਾਲ ਜਿਹੜੀ ਆਮ ਜਨਤਾ ਜਿਹੜੀ ਡਿਸਟਰਬ ਹੁੰਦੀ ਹੈ। ਤਾਂ ਐਸੇ ਇਸ ਜੁਰਮ ਨੂੰ ਅਸੀਂ ਕੀ ਕਹਾਂਗੇ? ਕਮਿਟ ਐਨ ਅਫਰੇ। ਅਸੀਂ ਇਸ ਨੂੰ ਅਫਰੇ ਕਹਾਂਗੇ ਵੀ ਇਹਨਾਂ ਨੇ ਜਿਹੜਾ ਹੈਗਾ ਅਫਰੇ ਦਾ ਜਿਹੜਾ ਅਫੈਂਸ ਕੀਤਾ ਹੈ। ਠੀਕ ਹੈ, ਅਫਰੇ ਦੀ ਸਜ਼ਾ ਕਿੰਨੀ ਹੁੰਦੀ ਹੈ? ਸਿਰਫ ਹੈਗੀ ਹੈ 1 ਮਹੀਨਾ ਹੁੰਦੀ ਹੈ। punishment for the committing affray, whoever commits an affray shall be punished with imprisonment for a description of period 1 month or with fine। ਇਹਦੇ ਨਾਲ ਜਿਹੜਾ ਸਾਡਾ ਇਹ ਚੈਪਟਰ ਹੈਗਾ ਖਤਮ ਹੋ ਜਾਂਦਾ ਹੈ। ਠੀਕ ਹੈ ਜੀ, ਤੇ ਅੱਜ ਦੀ ਕਲਾਸ ਇਸ ਇੱਥੇ ਖਤਮ ਕਰਾਂਗੇ। ਇਸ ਦਾ ਕੋਈ ਕੁਐਸਚਨ ਹੈ ਕਰ ਸਕਦਾ ਹੈ ਜੀ। ਸਾਡਾ ਜਿਹੜਾ ਇਹ ਚੈਪਟਰ ਹੈਗਾ offences against public tranquility, ਇੱਥੇ 160 ਤੱਕ ਖਤਮ ਹੋ ਜਾਂਦਾ ਹੈ। ਨੈਕਸਟ ਅਸੀਂ ਕਲਾਸ ਸਟਾਰਟ ਕਰਾਂਗੇ ਅਗਲਾ ਚੈਪਟਰ ਅਗਲੇ ਲੈਕਚਰ ਦੇ ਵਿੱਚ। ਐਨੀ ਕੁਐਸਚਨ, ਐਨੀ ਪ੍ਰੋਬਲਮ ਕਰ ਸਕਦੇ ਹੋ? ਸਰ ਹਾਂਜੀ ਸਰ ਆਪਣੇ 153A ਤੇ 153B ਦੇ ਵਿੱਚ ਇੱਕ ਹੋਰ ਆਪਣੇ ਆਇਆ ਜੀ ਟੌਪਿਕਸ 153AA ਹੈ ਸਰ, ਇਹ ਲੱਗ ਗਿਆ ਜੀ? ਡਬਲ ਏ ਤੁਸੀਂ ਦੇਖ ਲਓ ਕੀ ਹੈਗਾ, ਜਰਾ ਪੜ੍ਹ ਲਓ ਕੀ ਹੈ। ਮੇਰੀ ਬੁੱਕ ਦੇ ਵਿੱਚ ਸ਼ਾਇਦ ਇਹ ਅਮੈਂਡਮੈਂਟ ਹੋ ਕੇ ਆਇਆ ਸੀਗਾ। ਇਹ ਸੈਕਸ਼ਨ ਇਹ 153A ਵੀ ਅਮੈਂਡਮੈਂਟ ਹੋ ਕੇ ਆਇਆ ਸੀਗਾ, 153B ਵੀ ਅਮੈਂਡਮੈਂਟ ਹੋ ਕੇ ਆਇਆ ਸੀਗਾ। ਠੀਕ ਹੈ, ਇਹ 'ਚ ਕੁਝ ਜਿਹੜੇ ਅਫੈਂਸ ਸੀਗੇ ਉਹ ਕਵਰ ਕੀਤੇ ਗਏ ਸੀਗੇ। ਹੁਣ 153AA ਹਾਂਜੀ, ਇਹ ਜਰਾ ਪੜ੍ਹੋ ਕੀ ਹੈ। ਕਿਸੇ ਜਲੂਸ ਵਿੱਚ ਜਾਣਬੁੱਝ ਕੇ ਹਥਿਆਰਾਂ ਲੈ ਕੇ ਸ਼ਾਮਲ ਹੋਣ ਜਾਂ ਵੱਡੇ ਪੱਧਰ ਤੇ ਡਰਿਲ ਵਿੱਚ ਹਿੱਸਾ ਲੈਣ ਦਾ ਪ੍ਰਬੰਧ ਕਰਨਾ, ਹਥਿਆਰਾਂ ਦੀ ਜਨਤਕ ਸਿਖਲਾਈ ਦੇਣ ਲਈ। ਹਾਂ, ਜਿਹੜਾ ਕੋਈ ਬੰਦਾ ਪ੍ਰਬੰਧ ਕਰਦਾ ਐਸਾ ਪ੍ਰਬੰਧ ਕਰਦਾ ਹੈ, ਮਤਲਬ ਕਿ ਪ੍ਰਬੰਧਕ ਨੂੰ ਵੀ ਜਿਹੜੀ ਸਜ਼ਾ ਦਿੱਤੀ ਹੈ। ਦੇਖੋ ਪਤਾ ਕੀ ਹੈ, ਸਮੇਂ ਦੇ ਨਾਲ ਨਾਲ ਕੁਝ ਐਡੀਸ਼ਨਸ ਆਈ ਜਾਂਦੀਆਂ ਨੇ। ਜਦੋਂ ਕੋਈ ਵਿਅਕਤੀ ਕੁਝ ਕਿਸੇ ਗੱਲ ਨੂੰ ਲੈ ਕੇ ਕਿਸੇ ਅਪਰਾਧ ਤੋਂ ਬਚ ਜਾਂਦੇ ਨੇ, ਠੀਕ ਹੈ, ਤਾਂ ਸਰਕਾਰ ਵੱਲੋਂ ਕੀ ਹੁੰਦਾ ਹੈ, ਤਾਂ ਨਵਾਂ ਸੈਕਸ਼ਨ ਜਿਹੜਾ ਹੈਗਾ ਉਹ ਐਡ ਕਰ ਦਿੱਤਾ ਜਾਂਦਾ ਹੈ। ਥੈਂਕ ਯੂ ਸਰ। ਹਾਂ, ਠੀਕ ਹੈ ਜੀ, then okay, class is over, thank you very much।